ਜਿਹੜਾ ਬੰਦਾ ਇਹ ਸਿੱਧ ਕਰ ਦੇਗਾ ਵੀ ਆਹ ਮੇਰੇ ਆਹ ਖੋਜ ਪੱਤਰ ਹੈਗਾ ਕਿ ਇਹ ਨਵੀਂ ਵਾਇਰਸ ਹੈ, ਉਹਨੂੰ ਮੈਂ 1 ਲੱਖ ਰੁਪਏ ਦਊਂਗਾ। ਉਹਦਾ ਏਜੰਡਾ ਜਿਹਨੂੰ ਘੜੀਸ ਕੇ 2021 ਦਾ ਪੂਰਾ ਸਾਲ ਲੰਘਾਉਣਾ ਚਾਹੁੰਦੇ ਆ। ਜਦੋਂ ਬਿਮਾਰੀ ਹੀ ਝੂਠੀ ਹੈ ਤੇ ਉਹਦੇ ਹੱਲ ਵੀ ਝੂਠੇ ਨੇ। ਜੋ ਅੱਜ ਅਮਰੀਕਾ 'ਚ ਬੋਲਿਆ ਜਾਂਦਾ, ਕੱਲ ਨੂੰ ਉਹ ਇੰਡੀਆ 'ਚ ਬੋਲਿਆ ਜਾਂਦਾ, ਡਿੱਟੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਸਿੰਘਨਾਟ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਇਸ ਖਾਸ ਪ੍ਰੋਗਰਾਮ ਬੋਲ ਸੋ ਧਰਮੀੜਿਆ ਵਿੱਚ ਅਸੀਂ ਸਵਾਗਤ ਕਰਦੇ ਹਾਂ। ਬੋਲ ਸੋ ਧਰਮੀੜਿਆ ਮੋਹਨ ਕਤ ਧਾਰੀ ਰਾਮ, ਮਤਲਬ ਕਿ ਕੋਈ ਵੀ ਕਿਸੇ ਵੀ ਧਰਮ ਦਾ ਨੁਮਾਇੰਦਾ ਹੋਵੇ, ਸਾਡੀ ਉਹਨੂੰ ਬੇਨਤੀ ਹੁੰਦੀ ਹੈ, ਅਰਜ਼ ਹੁੰਦੀ ਹੈ ਕਿ ਤੁਸੀਂ ਸੱਚ ਬੋਲੋ ਤਾਂ ਕਿ ਸਾਰੀ ਦੁਨੀਆ ਤੱਕ ਉਹ ਸੱਚ ਜਾਵੇ। ਅੱਜ ਅਸੀਂ ਆਏ ਹੋਏ ਹਾਂ ਨੈਚੁਰਲ ਕਿਉਰ ਸੈਂਟਰ ਦੇ ਵਿੱਚ, ਜਿਹਦੇ ਸੰਚਾਲਕ ਹਨ ਡਾਕਟਰ ਅਮਰ ਸਿੰਘ ਜੀ ਆਜ਼ਾਦ, ਜਿਹੜੇ ਇੱਕ ਨੈਚੁਰਲਪੈਥੀ ਦੇ ਉੱਤੇ ਕੰਮ ਕਰ ਰਹੇ ਨੇ। ਇੱਕ ਜਿਹਨੂੰ ਅਸੀਂ ਟ੍ਰੈਡੀਸ਼ਨਲ ਫੂਡ ਜਿਹੜਾ ਸੀਗਾ ਪੰਜਾਬ ਦਾ ਕਹਿ ਸਕਦੇ ਹਾਂ, ਉਸ ਉੱਤੇ ਕੰਮ ਕਰ ਰਹੇ ਨੇ। ਦਰਸ਼ਕੋ, ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਕਰੋਨਾ ਵਾਇਰਸ ਆਇਆ ਦੁਨੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਇੱਕ ਖੌਫਨਾਕ ਮਾਹੌਲ ਬਣਿਆ। ਦੁਨੀਆ ਨੇ ਹਰ ਤਰ੍ਹਾਂ ਦਾ ਤਰੀਕਾ ਅਪਣਾਇਆ ਕਿ ਇਸ ਤੋਂ ਬਚਿਆ ਜਾ ਸਕੇ। ਉਸ ਸਮੇਂ ਦੇ ਵਿੱਚ ਦੁਨੀਆ ਨੂੰ ਮੈਂਟਲੀ ਪ੍ਰਪੇਅਰ ਕਰਨ ਵਾਸਤੇ ਕੁਝ ਆਵਾਜ਼ਾਂ ਉੱਠੀਆਂ। ਕੁਝ ਸਾਡੇ ਵੀਰਾਂ ਨੇ ਹਿੰਮਤ ਕੀਤੀ ਕਿ ਦੁਨੀਆ ਦਾ ਮੈਂਟਲ ਲੈਵਲ ਨਾ ਡਿੱਗਣ ਦਿੱਤਾ ਜਾਏ, ਤਾਂ ਕਿ ਦੁਨੀਆ ਜਿਹੜੀ ਹੈ ਉਹ ਮੈਂਟਲੀ ਅਪਸੈਟ ਨਾ ਹੋਵੇ। ਫਿਜ਼ੀਕਲੀ ਹਾਰਮਫੁਲ ਹੈਗਾ ਆ, ਕੋਈ ਵੀ ਵਾਇਰਸ ਫਿਜ਼ੀਕਲੀ ਹਾਰਮਫੁਲ ਹੁੰਦਾ ਹੈ, ਪਰ ਮੈਂਟਲੀ ਜੇ ਬੰਦਾ ਪ੍ਰਪੇਅਰ ਹੋਏ ਤਾਂ ਉਹ ਸਰਵਾਈਵ ਕਰ ਜਾਂਦਾ ਹੈ ਕੰਡੀਸ਼ਨਸ ਦੇ ਵਿੱਚ। ਤੋ ਸਭ ਤੋਂ ਪਹਿਲਾਂ ਅਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਦਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਬੋਲ ਸੋ ਧਰਮੀੜਿਆ ਦੇ ਵਿੱਚ। ਮੇਰਾ ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਇਹ ਹੈਗਾ ਕਿ ਦੁਨੀਆ ਦੇ ਵਿੱਚ ਬੜਾ ਖੌਫਨਾਕ ਮਾਹੌਲ ਜਿਹੜਾ ਹੈ ਉਹ ਕਰੋਨਾ ਨੇ ਪੈਦਾ ਕੀਤਾ। ਕਰੋਨਾ ਵਾਇਰਸ ਜਿਹੜਾ ਆ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਇਹ ਵਾਇਰਸ ਪਹਿਲਾਂ ਵੀ ਦੁਨੀਆ ਦੇ ਵਿੱਚ ਹੈਗਾ ਸੀ ਜਾਂ ਹੁਣ ਇੱਕਦਮ ਨਵਾਂ ਇਜਾਦ ਹੋਇਆ ਇਹ ਵਾਇਰਸ? ਬਹੁਤ ਵਧੀਆ ਸਵਾਲ ਤੁਸੀਂ ਕੀਤਾ, ਕਿਉਂਕਿ ਹੁਣ ਜਿਹੜੀ ਇਹ ਗੱਲ ਜਿਹੜੀ ਬਹਿਸ ਚੱਲਦੀ ਇਸ ਲੈਵਲ ਤੇ ਆ ਗਈ ਹੈ, ਇਸ ਪੱਧਰ ਤੇ ਆ ਗਈ ਹੈ ਜੀ ਕਿ ਡਾਕਟਰ ਬਿਸਵਰੂਪ ਰਾਏ ਚੌਧਰੀ ਨੇ ਜੀ 4-5 ਦਿਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ, ਉਹਦੇ 'ਚ ਇਹਨੇ ਓਪਨਲੀ ਚੈਲੰਜ ਕੀਤਾ ਜੀ ਕਿ ਇੱਕ ਵੀ ਵਿਗਿਆਨਕ ਖੋਜ ਦਿਖਾ ਦਿਓ ਜਿਹੜੀ ਇਹ ਸਿੱਧ ਕਰ ਸਕੇ ਕਿ ਇਹ ਵਾਇਰਸ ਨਵੀਂ ਹੈ। ਇੱਕ ਵੀ। ਅੱਛਾ ਜੀ। ਜਿਹੜਾ ਬੰਦਾ ਇਹ ਸਿੱਧ ਕਰ ਦੇਗਾ ਵੀ ਆਹ ਮੇਰੇ ਆਹ ਖੋਜ ਪੱਤਰ ਹੈਗਾ ਕਿ ਇਹ ਨਵੀਂ ਵਾਇਰਸ ਹੈ, ਉਹਨੂੰ ਮੈਂ 1 ਲੱਖ ਰੁਪਏ ਦਊਂਗਾ। ਵਾਹ। ਤੇ ਦੇਖੋ, ਔਰ ਉਹ ਬੰਦਾ ਉਹ ਹੈ ਜਿਹੜਾ ਕਿ ਜਿਹਦੀ ਟੀਮ ਐਡੀ ਐਫੀਸ਼ੀਐਂਟ ਹੈ, ਐਡੀ ਉਹ ਮਾਹਰ ਹੈ ਕਿ ਉਹ ਸਾਰਾ ਸਾਇੰਟੀਫਿਕ ਲਿਟਰੇਚਰ ਖੰਗਾਲ ਦਿੰਦੇ ਆ। ਓਕੇ ਜੀ। ਵੱਡੀ ਟੀਮ ਹੈ। ਕੱਲਾ ਜਨਰਲ ਦੁਨੀਆ ਜਿਹੜਾ ਸ਼ਬਦ ਹੈ, ਜਿਹੜਾ ਵਿਗਿਆਨਕ ਰਸਾਲਾ ਸ਼ਬਦ ਹੈ, ਉਹ ਖੰਗਾਲ ਦਿੰਦੇ ਆ ਜੀ। ਪਰ ਉਹਨੂੰ ਇੱਕ ਵੀ ਪੇਪਰ ਨਹੀਂ ਮਿਲਿਆ ਜਿਹੜਾ ਇਹ ਸਿੱਧ ਕਰ ਸਕੇ, ਜਿਹੜਾ ਇਹ ਕਹਿੰਦਾ ਹੋਵੇ ਕਿ ਇਹ ਵਾਇਰਸ ਨਵੀਂ ਹੈ। ਇਹਦਾ ਮਤਲਬ ਇਹ ਵਾਇਰਸ ਪੁਰਾਣੀ ਹੈ। ਓਕੇ ਜੀ। ਸਿਰਫ ਟੈਸਟ ਨਵਾਂ ਹੈ। ਠੀਕ ਹੈ। ਪਿਛਲੇ ਸਾਲਾਂ 'ਚ ਟੈਸਟ ਨਹੀਂ ਸੀ ਹੁੰਦਾ, ਹੁਣੇ ਹੁੰਦਾ। ਇਹਦਾ ਮਤਲਬ ਇਹ ਪਿਛਲੇ ਸਾਲ ਵੀ ਹੋਈ ਸੀ, ਉਸ ਤੋਂ ਪਿਛਲੇ ਸਾਲ ਵੀ ਹੋਈ ਸੀ, ਤੇ ਸਦੀਆਂ ਤੋਂ ਹੁੰਦੀ ਆ ਰਹੀ ਹੈ। ਜਿੱਦਾਂ ਬਾਕੀ ਫਲੂ ਹੁੰਦੇ, ਜਿਹੜੇ ਫਲੂ ਨੇ ਉਹਨੂੰ ਅਸੀਂ ਟੈਕਨੀਕਲੀ ਕਹਿੰਦੇ ਇਨਫਲੂਐਂਜਾ ਲਾਈਕ ਇਲਨੈਸ, ਫਲੂ। ਆਮ ਭਾਸ਼ਾ 'ਚ ਆਪਾਂ ਜ਼ੁਕਾਮ ਕਹਿੰਦੇ ਉਹਨੂੰ ਜੀ। ਇੱਕ ਜ਼ੁਕਾਮ ਬੜਾ ਸਧਾਰਨ ਜਿਹਾ ਹੁੰਦਾ, ਇੱਕ ਜ਼ੁਕਾਮ ਥੋੜਾ ਜਿਹਾ ਕਈ ਵਾਰੀ ਸਖਤ ਹੁੰਦਾ। ਠੀਕ ਹੈ। ਉਹਦੇ ਨਾਲ ਥੋੜਾ ਬਹੁਤੇ ਜਿਹੜੇ ਅਲਾਮਤਾਂ ਜ਼ਿਆਦਾ ਹੁੰਦੀਆਂ ਨੇ ਜੀ। ਜਿਹੜਾ 2009 'ਚ ਰੌਲਾ ਪਿਆ ਸੀਗਾ, ਬਿਲਕੁਲ ਸਿਮਿਲਰ ਸੀਗਾ। ਉਹਦੇ 'ਚ ਐਡਾ ਵੱਡਾ ਜੁਗਾੜ ਨਹੀਂ ਸੀ ਹੋਇਆ ਕਿ ਸੋਸ਼ਲ ਡਿਸਟੈਂਸਿੰਗ ਤੇ ਕੁਆਰੰਟੀਨ ਤੇ ਨਹੀਂ ਸੀ ਹੋਇਆ ਇੰਨਾ, ਲੇਕਿਨ ਉਦੋਂ ਵੀ ਇੱਦਾਂ ਸੀ। ਉਹਨੂੰ H1N1 ਕਿਹਾ ਜਾ ਗਿਆ ਸੀ ਜਾਂ ਸਵਾਈਨ ਫਲੂ ਕਿਹਾ ਗਿਆ ਸੀਗਾ। ਉਦੋਂ ਵੀ ਇੱਦਾਂ ਹੰਗਾਮਾ ਹੋਇਆ ਸੀਗਾ, ਔਰ ਬਾਅਦ ਸਾਰਾ ਫਰਾਡ ਨਿਕਲਿਆ ਸੀ। ਉਹ WHO ਦੇ ਇੱਕ ਬੰਦੇ ਨੇ ਉਹ ਸਾਰਾ ਫਰਾਡ ਨੰਗਾ ਕਰਤਾ, ਕਿਉਂਕਿ ਉਹਦੀ ਆਤਮਾ ਨੇ ਉਹਨੂੰ ਅਲਾਓ ਨਹੀਂ ਕੀਤਾ ਕਿ ਵੀ ਉਹ ਝੂਠ ਦਾ ਸਾਥ ਦੇਵੇ, ਤੇ ਉਹਨੇ ਓਪਨਲੀ ਉਹ ਸੱਚ ਨੰਗਾ ਕਰਤਾ, ਤੇ ਅਲਟੀਮੇਟਲੀ ਫਰਾਡ ਸਿੱਧ ਹੋ ਗਿਆ ਵੀ ਉਹ ਫਰਾਡ ਸੀਗਾ। ਉਹ ਵੀ ਵਾਇਰਸ ਪੁਰਾਣੀ ਹੈ, ਕੋਈ ਨਵੀਂ ਵਾਇਰਸ ਨਹੀਂ ਹੈ। ਇਹਦੇ ਬਾਰੇ ਵੀ ਬਿਲਕੁਲ ਸਪਸ਼ਟ ਹੈ ਕਿ ਇਹ ਵਾਇਰਸ ਜਿਹੜੀ ਹੈ ਪੁਰਾਣੀ ਵਾਇਰਸ ਹੈ, ਪਿਛਲੇ ਸਾਲਾਂ 'ਚ ਵੀ ਹੁੰਦੀ ਰਹੀ ਹੈ। ਐਤਕੀ ਸਿਰਫ ਟੈਸਟ ਕੀਤਾ, ਔਰ ਟੈਸਟ ਕਰਕੇ ਉਹਨਾਂ ਨੇ ਇਹਨੂੰ ਇੱਕ ਨਵੀਂ ਬਿਮਾਰੀ ਦਾ ਨਾਂ ਦੇ ਕੇ ਹਊਆ ਖੜਾ ਕਰਤਾ, ਔਰ ਹਊਆ ਜਿਹੜਾ ਖੜਾ ਕੀਤਾ ਉਹ ਨਵਾਂ ਹੈ। ਮੀਡੀਆ ਦੇ ਰਾਹੀਂ
ਉਹਦੇ ਜਿਹੜੀ ਉਹਨਾਂ ਦੇ ਕੋਲ ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਜੀ, ਵਰਲਡ ਬੈਂਕ ਵਰਗੀਆਂ ਤੇ WHO ਵਰਗੀਆਂ ਜੀ, ਉਹਦਾ ਜਿਹੜਾ ਸਹਾਰਾ ਲੈ ਕੇ ਜੀ, ਉਹਨਾਂ ਨੇ ਜਿਹੜੇ ਇੱਕ ਲੌਬੀ ਨੇ, ਇੱਕ ਦੁਨੀਆ ਦੇ ਅੰਦਰ ਜਿਹੜੀ ਪਾਵਰਫੁਲ ਲੌਬੀ ਹੈ ਜੀ, ਜਿਹਨੂੰ ਆਪਾਂ ਫਾਰਮਾ ਕੰਪਨੀਆਂ ਕਹਿੰਦੇ ਆ, ਅੱਛਾ ਜੀ, ਉਸ ਪਾਵਰਫੁਲ ਲੌਬੀ ਨੇ ਇੱਕ ਹਊਆ ਖੜਾ ਕੀਤਾ ਜੀ, ਉਹਨਾਂ ਦਾ ਸਪੈਸੀਫਿਕ ਏਜੰਡਾ ਹੈ। ਹਊਆ ਖੜਾ ਕਰਨ ਦਾ ਬੜਾ ਸਪਸ਼ਟ ਹੈ ਹੁਣ ਤਾਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਉਹਦਾ ਏਜੰਡਾ ਜਿਹਨੂੰ ਘੜੀਸ ਕੇ 2021 ਦਾ ਪੂਰਾ ਸਾਲ ਲੰਘਾਉਣਾ ਚਾਹੁੰਦੇ ਆ ਤੇ 2021 'ਚ ਉਹ ਕੁਛ ਕਰਨਾ ਚਾਹੁੰਦੇ ਆ ਜੀ, ਉਹ ਕੁਛ ਖਾਸ ਤਰ੍ਹਾਂ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੇ ਆ, ਜਿਹਦੇ ਤਹਿਤ ਉਹਨਾਂ ਨੇ ਇਹ ਹਊਆ ਖੜਾ ਕੀਤਾ ਜਿਹੜਾ ਕਿ ਝੂਠਾ ਹੈ, ਜਿਹੜਾ ਕਿ ਝੂਠ ਤੇ ਆਧਾਰਿਤ ਹੈ। ਤੇ ਸਾਨੂੰ ਕਿਉਂਕਿ ਸੱਚ ਦੀ ਨਾਲ ਖੜਨਾ ਸਿਖਾਇਆ ਸਾਡੇ ਬਾਬੇ ਨੇ ਜੀ, ਸਾਡੇ ਬਾਬੇ ਨੇ ਤਾਂ ਗੱਲ ਹੀ ਇੱਕ ਕਹੀ ਹੈ ਵੀ ਸੱਚ ਨਾਲ ਖੜੋ ਜੀ, ਉਹਦੇ ਲਈ ਜੋ ਵੀ ਕੀਮਤ ਦੇਣੀ ਪੈਂਦੀ ਦੇਣ ਨੂੰ ਤਿਆਰ ਰਹੋ, ਜੀ, ਲੇਕਿਨ ਸੱਚ ਨਾਲ ਖੜਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਸੱਚ ਜਿਹੜਾ ਹੁੰਦਾ ਉਹ ਅਲਟੀਮੇਟਲੀ ਲੋਕਾਂ ਦਾ ਪੱਖੀ ਹੁੰਦਾ ਜੀ, ਲੋਕਾਂ ਦੇ ਹਿੱਤਾਂ ਦਾ ਪੱਖੀ ਹੁੰਦਾ ਤੇ ਝੂਠ ਜਿਹੜਾ ਹੁੰਦਾ ਉਹ ਜ਼ਾਲਮ ਫੈਲਾਉਂਦੇ ਆ, ਉਹ ਫੈਲਾਉਂਦੇ ਜਿਨ੍ਹਾਂ ਨੇ ਵਿੱਚੋਂ ਕੋਈ ਖੱਟਣਾ ਹੁੰਦਾ ਜੀ। ਇਸ ਕਰਕੇ ਇਹ ਲੜਾਈ ਜਿਹੜੀ ਹੈ ਝੂਠ ਤੇ ਸੱਚ ਦੀ ਲੜਾਈ ਬਣ ਗਈ ਹੈ ਤੇ ਸੱਚ ਵਾਲੇ ਜਿਹੜੇ ਨੇ ਉਹ ਆਪਣੀ ਥਾਂ ਤੇ ਦਲੀਲਾਂ ਦੇ ਰਹੇ ਆ, ਉਹ ਪੂਰਾ ਹੌਲੀ ਹੌਲੀ ਗਿਣਤੀ ਉਹਨਾਂ ਦੀ ਵੱਧ ਰਹੀ ਹੈ ਤੇ ਝੂਠ ਵਾਲੇ ਜਿਹੜੇ ਨੇ ਹੌਲੀ ਹੌਲੀ ਉਹ ਨੰਗੇ ਹੁੰਦੇ ਜਾ ਰਹੇ ਆ। ਮੈਂ ਨਾ ਸਮਝਦਾ ਕਿ ਹੋਰ ਮਹੀਨੇ 2 ਮਹੀਨੇ 4 ਮਹੀਨੇ ਜਿਹੜਾ ਗੱਲ ਹੈ ਹੋਰ ਵੀ ਸਪਸ਼ਟ ਹੋ ਜਾਏਗੀ ਕਿ ਇਹ ਸਾਰੇ ਦਾ ਸਾਰਾ ਜਿਹੜਾ ਜੁਗਾੜ ਹੈ ਉਹ ਝੂਠ ਤੇ ਆਧਾਰਿਤ ਹੈ। ਡਾਕਟਰ ਸਾਹਿਬ, ਲੋਕਡਾਊਨ ਦੇ ਵਿੱਚ ਸਾਰੇ ਲੋਕਡਾਊਨ ਆਇਆ ਜਦੋਂ, ਉਹਨੇ ਇਕੱਲਾ ਭਾਰਤ ਹੀ ਨਹੀਂ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਇਕੋਨਮੀ ਸਿਸਟਮ ਜਿਹੜਾ ਆ ਥੱਲੇ ਸੁੱਟਤਾ। ਲੋਕ ਜਿਹੜੇ ਹੈਂਡ ਟੂ ਮਾਊਥ ਸੀ ਉਹ ਬਿਲਕੁਲ ਬੇਕਾਰ ਹੋ ਗਏ, ਉਹਨਾਂ ਕੋਲ ਜਿਹੜੀ ਜਿੰਨੀ ਕੁ ਉਹਨਾਂ ਦੀ ਜਮ੍ਹਾਂ ਪੂੰਜੀ ਸੀ ਉਹ ਸਾਰੀ ਖਤਮ ਹੋ ਗਈ। ਸਰਕਾਰਾਂ ਵੀ ਡਰ ਗਈਆਂ, ਸਰਕਾਰਾਂ ਉਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਨ ਤੋਂ ਵੀ ਜਿਹੜੀਆਂ ਨੇ ਉਹ ਭੱਜ ਰਹੀਆਂ ਨੇ। ਹੁਣ ਆਪਾਂ ਦੇਖ ਰਹੇ ਹਾਂ ਤੇ ਇੱਕ ਮਾਸਕ ਲਗਾਉਣਾ ਤੇ ਸੋਸ਼ਲ ਡਿਸਟੈਂਸਿੰਗ, ਕਿੰਨੀ ਇੱਕ ਜਗ੍ਹਾ ਦੇ ਉੱਤੇ ਤੁਸੀਂ ਕਿੰਨੇ ਬੰਦੇ ਇਕੱਠੇ ਹੋ ਸਕਦੇ ਹੋ, ਇੱਦਾਂ ਦੀਆਂ ਜਿਹੜੀਆਂ ਸਰਕਾਰ ਦੀਆਂ ਇੰਸਟਰਕਸ਼ਨਸ ਨੇ ਉਹ ਕਿਉਂ ਨਹੀਂ ਉਹਨਾਂ ਨੂੰ ਤੁਸੀਂ ਮਤਲਬ ਉਹਨਾਂ ਤੱਕ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰਾਂ ਤੱਕ? ਇਹ ਦੇਖੋ ਇੱਦਾਂ ਜਦੋਂ ਬਿਮਾਰੀ ਹੀ ਝੂਠੀ ਹੈ ਤਾਂ ਉਹਦੇ ਹੱਲ ਵੀ ਝੂਠੇ ਨੇ। ਜਿੰਨੇ ਵੀ ਹੱਲ ਇਹਨਾਂ ਨੇ ਹੁਣ ਤੱਕ ਲੈ ਕੇ ਆਉਂਦੇ ਆ ਉਹਦਾ ਸਭ ਤੋਂ ਪਹਿਲਾਂ ਇਹਨਾਂ ਨੇ ਸੈਨੀਟਾਈਜ਼ਰ ਲੈ ਕੇ ਆਂਦਾ ਵੀ ਇੱਕ ਖਾਸ ਕਿਸਮ ਦੇ ਕੈਮੀਕਲ ਨਾਲ ਹੱਥ ਧੋਵੋ ਤਾਂ ਤੁਹਾਡੇ ਹੱਥ ਸਾਫ਼ ਹੋਣਗੇ ਔਰ ਬਾਰ-ਬਾਰ ਧੋਵੋ। ਕੋਈ ਵਿਗਿਆਨਕ ਖੋਜ ਨਹੀਂ ਹੈ ਜਿਹੜੀ ਕਹਿੰਦੀ ਹੋਵੇ ਕਿ ਇੱਦਾਂ ਕਰਨ ਨਾਲ ਕੋਈ ਵਾਇਰਸ ਤੋਂ ਬਚਿਆ ਜਾ ਸਕਦਾ, ਕੋਈ ਵੀ ਇੱਕ ਵੀ। ਦੂਜੀ ਗੱਲ ਹੁਣ ਪ੍ਰੂਵ ਹੋ ਗਿਆ ਕਿ ਕੈਮੀਕਲ ਬੇਸਡ ਹੈਂਡ ਵਾਸ਼ ਜਿਹੜਾ ਹੈ, ਕੈਮੀਕਲ ਬੇਸਡ ਸੈਨੀਟਾਈਜ਼ਰ ਹੈ, ਉਹ ਹਾਰਮਫੁਲ ਹੈ ਔਰ ਅਲਕੋਹਲ ਬੇਸਡ ਕੈਮੀਕਲ ਜਿਹੜੇ ਨੇ ਖਾਸ ਕਰਕੇ ਹਾਰਮਫੁਲ ਹੈ ਕਿਉਂਕਿ ਅਲਕੋਹਲ ਜਿਹੜੀ ਹੈ ਉਸ ਚਮੜੀ ਚੋਂ ਖੂਨ 'ਚ ਮਿੰਟ 'ਚ ਜਾਂਦੀ ਹੈ। ਪਰ ਸਰਕਾਰ ਦੇ ਜਿਹੜੇ ਐਡਵਰਟਾਈਜ਼ਮੈਂਟ ਚੈਨਲਸ ਨੇ ਜਿਹੜੇ ਸਰਕਾਰ ਦੀਆਂ ਇੰਸਟਰਕਸ਼ਨਸ ਲੋਕਾਂ ਤੱਕ ਪਹੁੰਚਾਉਂਦੇ ਨੇ, ਫੋਨ ਕਾਲਸ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਮਾਸਕ ਲਗਾਓ, ਜਦੋਂ ਤੁਸੀਂ ਕਿਸੇ ਬੰਦੇ ਦੇ ਟੱਚ 'ਚ ਆਉਂਦੇ ਆ ਤੇ ਸੈਨੀਟਾਈਜ਼ਰ ਦਾ ਯੂਜ਼ ਕਰੋ ਤੇ ਵੱਧ ਤੋਂ ਵੱਧ ਜਿਹੜਾ ਉਹ ਸੋਸ਼ਲ ਡਿਸਟੈਂਸ ਰੱਖੋ। ਉਹ ਫਿਰ ਕੀ ਹੈ? ਉਹ ਇਹ ਜਿਹੜੇ ਸਾਰੇ ਹੱਲ ਨੇ ਨਾ, ਸੈਨੀਟਾਈਜ਼ਰ ਤੋਂ ਲੈ ਕੇ ਮਾਸਕ ਤੋਂ ਲੈ ਕੇ ਜਿਹੜਾ ਹੈ PPE ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ ਤੋਂ ਲੈ ਕੇ ਜਿਹੜਾ ਸੋਸ਼ਲ ਡਿਸਟੈਂਸਿੰਗ ਤੋਂ ਲੈ ਕੇ ਕੁਆਰੰਟੀਨ ਤੋਂ ਲੈ ਕੇ ਵੈਂਟੀਲੇਟਰ ਤੱਕ ਇੱਕ ਵੀ ਚੀਜ਼ ਦਾ ਕੋਈ ਸਾਇੰਟੀਫਿਕ ਪ੍ਰੂਫ ਨਹੀਂ ਹੈ ਕਿ ਇਹ ਕੋਈ ਬਚਾਉਂਦੇ ਆ। ਇੱਕ ਦਾ ਵੀ ਕੋਈ ਸਾਇੰਟੀਫਿਕ ਸਟੱਡੀ ਇਹੋ ਜਿਹੀ ਨਹੀਂ ਹੈ। ਉਲਟਾ ਹਰ ਇੱਕ ਬਾਰੇ ਚਾਹੇ ਉਹ ਸੈਨੀਟਾਈਜ਼ਰ ਹੈ ਚਾਹੇ ਉਹ ਮਾਸਕ ਹੈ, ਇਹ ਗੱਲ ਜਿਹੜੀ ਹੈ ਇਹ ਪ੍ਰੂਵ ਹੋ ਚੁੱਕੀ ਹੈ ਕਿ ਇਹ ਜਿਹੜੀਆਂ ਨੇ ਨੁਕਸਾਨਦੇਹ ਨੇ, ਉਲਟਾ ਨੁਕਸਾਨ ਕਰਦੇ ਆ, ਫਾਇਦਾ ਨਹੀਂ ਕਰਦੇ। ਇੱਕ ਗੱਲ ਤਾਂ ਇਹ ਆਪਾਂ ਨੂੰ ਬੜੀ ਸਪਸ਼ਟ ਹੋਣੀ ਚਾਹੀਦੀ ਹੈ। ਨੰਬਰ 2 ਤੇ ਆਪਾਂ ਨੂੰ ਇਹ ਗੱਲ ਜਿਹੜੀ ਹੁਣ ਜਿਹੜਾ ਇਹ ਬਾਰ-ਬਾਰ ਰੌਲਾ ਪਾਉਂਦੇ ਵੀ ਪੂਰੀ ਦੁਨੀਆ ਕੋਈ ਪੂਰੀ ਦੁਨੀਆ ਨਹੀਂ ਹੈ, ਇਹ ਵੀ ਝੂਠ ਹੈ। ਅਮਰੀਕਾ ਸਭ ਤੋਂ ਜ਼ਿਆਦਾ ਰੌਲੀ ਪਾ ਰਿਹਾ, ਨੰਬਰ 2 ਤੇ ਇੰਡੀਆ ਪਾ ਰਿਹਾ, ਨੰਬਰ 3 ਤੇ ਕੈਨੇਡਾ ਪਾ ਰਿਹਾ, ਨੰਬਰ 4 ਤੇ ਆਸਟ੍ਰੇਲੀਆ ਪਾ ਰਿਹਾ। ਬਸ ਮੈਨੂੰ 5ਵਾਂ ਮੁਲਕ ਦਿਖਾ ਦਿਓ, ਸਾਰੇ ਚੁੱਪ ਚਪੀਤੇ ਪਾਸੇ ਹੋ ਗਏ ਆ, ਕੰਨ ਵੱਟ ਕੇ ਨਾ ਪਾਸੇ ਨੂੰ ਹੋ ਗਏ। ਕੁਛ ਨੇ ਤਾਂ ਓਪਨਲੀ ਬਗਾਵਤ ਕਰਤੀ ਵੀ ਅਸੀਂ ਨਹੀਂ ਮੰਨਦੇ ਤੁਹਾਡੀ ਗੱਲ। ਕਿੰਨੇ ਮੁਲਕਾਂ ਨੇ ਬਗਾਵਤ ਕੀਤੀ? ਸਵੀਡਨ ਨੇ ਕੀਤੀ, ਤੰਜ਼ਾਨੀਆ ਨੇ ਕੀਤੀ, ਵੀਅਤਨਾਮ ਨੇ ਕੀਤੀ, ਜਾਪਾਨ ਨੇ ਕੀਤੀ। ਉਹਨਾਂ ਨੇ ਫਾਰਮੈਲਿਟੀ ਜੀ ਪੂਰੀ ਕਰਤੀ, ਅਨਾਊਂਸਮੈਂਟ ਜੀ ਕਰਤੀ, ਅਨਾਊਂਸਮੈਂਟ ਕਰਕੇ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਆਪਣਾ ਘਰ ਬੈਠੋ 10-15 ਦਿਨ 20 ਦਿਨ ਆਪਣੀ ਛੁੱਟੀਆਂ ਮਨਾਓ। ਬ੍ਰਿਟਨ ਵਰਗਾ ਮੁਲਕ ਜਿਹਨੇ ਕਿ ਜਦੋਂ ਲਾਕਡਾਊਨ ਹੋਇਆ ਤਾਂ ਉਹ ਕਹਿੰਦਾ ਤੁਹਾਨੂੰ ਛੁੱਟੀ ਹੈ, ਤੁਸੀਂ ਪਿਕਨਿਕ ਤੇ ਜਾ ਸਕਦੇ ਹੋ। ਪਿਕਨਿਕ ਤੇ ਜਾ ਸਕਦੇ ਹੋ। ਕਿਉਂਕਿ ਉਹ ਗੱਲ ਜਿਹੜੀ ਆ ਸਪਸ਼ਟ ਹੋ ਰਹੀ ਸੀ ਕਿ ਇਹ ਹੈ ਸਾਰਾ ਕਿਤੇ ਨਾ ਕਿਤੇ ਮਤਲਬ ਖੜਾ ਕੀਤਾ ਗਿਆ ਮਸਲਾ ਜੀ। ਇਸ ਕਰਕੇ ਦੁਨੀਆ ਕੋਈ ਨਹੀਂ ਹੈ। ਉਹ ਮੁਲਕ ਨੇ ਜਿਹੜੇ ਕਿ ਅਮਰੀਕਾ ਦੀ ਦਾਦਾਗਿਰੀ ਝੱਲਦੇ ਆ ਜੀ। ਉਹਦੇ ਅਸੀਂ ਅਨਫੋਰਚੂਨੇਟਲੀ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਆਪ ਨੂੰ ਉਸ ਤਾਕਤ ਦੇ ਗੁਲਾਮ ਬਣਾਉਣ ਦਾ ਜਿਹੜਾ ਜਿਹਨੂੰ ਕਹਿੰਦੇ ਅੱਗੇ ਗੋਡੇ ਟੇਕਦੇ ਆ
ਜੀ ਕਿ ਅਸੀਂ ਤੁਸੀਂ ਜੋ ਤੁਸੀਂ ਨੋਟ ਕਰਕੇ ਦੇਖਿਓ, ਜੋ ਅੱਜ ਅਮਰੀਕਾ 'ਚ ਬੋਲਿਆ ਜਾਂਦਾ ਕੱਲ੍ਹ ਨੂੰ ਉਹ ਇੰਡੀਆ 'ਚ ਬੋਲਿਆ ਜਾਂਦਾ, ਡਿਟੋ। ਠੀਕ ਹੈ ਸੇਮ, ਇੱਕ ਲਫ਼ਜ਼ ਦਾ ਵੀ ਇੱਧਰ ਉੱਧਰ ਨਹੀਂ ਹੁੰਦਾ ਜੀ। ਚਾਹੇ ਕੋਈ ਦਵਾਈ ਹੈ, ਜੀ। ਚਾਹੇ ਮਾਸਕ ਹੈ, ਚਾਹੇ ਸੋਸ਼ਲ ਡਿਸਟੈਂਸਿੰਗ ਹੈ, ਇੱਕ ਗੱਲ ਜਿਹੜੀ ਹੈ ਜੋ ਅਮਰੀਕਾ 'ਚ ਬੋਲੀ ਜਾਂਦੀ ਇੰਡੀਆ 'ਚ ਬੋਲੀ ਜਾਂਦੀ ਹੈ। ਜੀ। ਔਰ ਇੰਡੀਆ ਉਹ ਮੁਲਕ ਹੈ ਜਿੱਥੇ ਕਿ ਸਭ ਤੋਂ ਗੰਦੇ ਢੰਗ ਦੇ ਨਾਲ ਲਾਗੂ ਕੀਤਾ ਗਿਆ। ਮੈਨੂੰ ਇੱਕ ਵੀ ਮੁਲਕ ਦਿਖਾ ਦਿਓ ਜਿੱਥੇ ਕਟਾਪਾ ਹੋਇਆ ਹੋਵੇ, ਲੋਕ ਪੁਲਿਸ ਨੇ ਕੁੱਟੇ ਹੋਣ, ਲੋਕ ਪੁਲਿਸ ਨੇ ਇੰਨੇ ਚਲਾਨ ਕੀਤੇ ਹੋਣ, ਪੁਲਿਸ ਨੇ ਇੰਨੀ ਦਾਦਾਗਿਰੀ ਗੁੰਡਾਗਰਦੀ ਕੀਤੀ ਹੋਵੇ, ਕੋਈ ਇੱਕ ਵੀ ਮੁਲਕ ਦਿਖਾ ਦਿਓ ਦੁਨੀਆ 'ਚ। ਇੱਕ ਵੀ ਅਮਰੀਕਾ ਇਟਸੈਲਫ 'ਚ ਨਹੀਂ ਹੋਇਆ। ਅਮਰੀਕਾ ਇਟਸੈਲਫ ਦੇ ਵਿੱਚ ਉਹਨਾਂ ਨੇ ਕਿਹਾ ਜ਼ਰੂਰ, ਗਾਈਡਲਾਈਨ ਜ਼ਰੂਰ ਦਿੱਤੀਆਂ ਵੀ ਇੱਦਾਂ ਇੱਦਾਂ ਕਰ ਲਓ, ਲੇਕਿਨ ਕਿਸੇ ਨੇ ਮਾਰਕੁੱਟ ਨਹੀਂ ਕੀਤੀ, ਕਿਸੇ ਨੇ ਚਲਾਨ ਨਹੀਂ ਕੀਤੇ, ਕਿਸੇ ਨੇ ਰਾਹ 'ਚ ਰੋਕ ਕੇ ਲੋਕਾਂ ਨੂੰ ਜਲੀਲ ਨਹੀਂ ਕੀਤਾ। ਇਹ ਸਿਰਫ ਇੱਕੋ ਹੀ ਕੰਟਰੀ 'ਚ ਹੋਇਆ, ਹਿੰਦੁਸਤਾਨ 'ਚ। ਜੀ। ਤਾਂ ਇਹ ਹੁਣ ਇਹਦਾ ਮਤਲਬ ਤੁਸੀਂ ਕੀ ਲਾਓਗੇ? ਬਾਕੀ ਦੁਨੀਆ 'ਚ ਕੁਝ ਨਹੀਂ ਹੈ। ਜੇ ਪੈਂਡੈਮਿਕ ਹੈ ਤਾਂ ਸਾਰੀ ਦੁਨੀਆ 'ਚ ਹੋਣਾ ਚਾਹੀਦਾ ਸੀ। ਅਫਰੀਕਾ ਕਿੱਥੇ ਹੈ, ਲੈਟਨ ਅਮਰੀਕਾ ਕਿੱਥੇ ਹੈ, ਰਸ਼ੀਆ ਕਿੱਥੇ ਹੈ, ਚਾਈਨਾ ਜਿੱਥੋਂ ਸ਼ੁਰੂ ਹੋਇਆ, ਚਾਈਨਾ ਦਾ 15 ਦਿਨਾਂ ਬਾਅਦ ਚੁੱਪ-ਚਪੀਤੇ ਆਪਣਾ ਕੰਮ ਕਰਨ ਲੱਗ ਗਿਆ। ਚਾਈਨਾ ਵਹਾਨ ਤੋਂ ਬਾਅਦ ਤਾਂ ਬਿਲਕੁਲ ਕੰਮ ਕਰਨ ਲੱਗ ਗਿਆ। ਉਸ ਤੋਂ ਬਾਅਦ ਚਾਈਨਾ ਦਿੱਤਾ ਪੂਰਾ ਪਰ ਡਿਸਟਰਬ ਹੋਣ ਦਿੱਤਾ ਉਹਨਾਂ ਨੇ। ਟੈਸਟਿੰਗ ਬੰਦ ਕਰਤੀ ਉਹਨਾਂ ਨੇ, ਟੈਸਟਿੰਗ ਬੰਦ ਕਰਤੀ ਜੀ। ਟੈਸਟਿੰਗ ਬੰਦ ਕਰਤੀ ਤਾਂ ਆਰਾਮ ਨਾਲ ਬੈਠੇ ਕੰਮ ਕਰ ਰਹੇ ਆਪਣਾ। ਡਾਕਟਰ ਸਾਹਿਬ, ਜਦੋਂ ਅਸੀਂ ਪਟਿਆਲੇ ਐਂਟਰ ਕੀਤੇ ਆ ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਤੁਹਾਡੇ ਸੈਂਟਰ ਤੇ ਆਏ, ਅਸੀਂ ਦੇਖਿਆ ਕਿ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਤੇ ਤੁਸੀਂ ਵੀ ਮਾਸਕ ਯੂਜ਼ ਨਹੀਂ ਕਰ ਰਹੇ ਹੋ। ਤੇ ਇਹਦਾ ਮਤਲਬ ਤੁਸੀਂ ਬਿਲਕੁਲ ਨਹੀਂ ਮੰਨਦੇ ਕਿ ਕਰੋਨਾ ਹੈ ਹੀ ਨਹੀਂ? ਨਹੀਂ, ਕਰੋਨਾ ਹੈਗੀ ਹੈ, ਲੇਕਿਨ ਕਰੋਨਾ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ। ਕਰੋਨਾ ਇੱਕ ਆਮ ਵਾਇਰਸ ਹੈ। ਹਾਂਜੀ। ਜਿੱਦਾਂ ਅਸੀਂ ਬਾਕੀ ਵਾਇਰਸਾਂ ਤੋਂ ਵੀ ਤਾਂ ਬਚਦੇ ਹਾਂ। ਹਾਂਜੀ। ਕਿੰਨੀਆਂ ਰੈਸਪੀਰੇਟਰੀ ਵਾਇਰਸਿਸ ਨੇ, ਘੱਟੋ ਘੱਟ 100 ਤੋਂ ਉੱਪਰ ਰੈਸਪੀਰੇਟਰੀ ਵਾਇਰਸ ਹੈ ਜਿਹੜੀ ਐਟ ਏ ਟਾਈਮ ਸਾਡੇ ਅੰਦਰ ਹੁੰਦੀ ਹੈ। ਇੱਕ ਤਾਂ ਨਾ ਵਾਇਰਸ ਨੂੰ ਜਿਹੜਾ ਅਸੀਂ ਹਊਆ ਬਣਾਤਾ ਹੋਇਆ, ਇਹ ਹਊਆ ਹੀ ਗਲਤ ਹੈ। ਵਾਇਰਸ ਸਾਡਾ ਪਾਰਟ ਐਂਡ ਪਾਰਸਲ ਨੇ ਜੀ। ਛੋਟਾ ਜੀਵਨ ਜਿਹੜਾ ਮਾਈਕਰੋਸਕੋਪਿਕ ਜੀਵਨ ਹੈ, ਸੂਖਸ਼ਮ ਜੀਵ ਨੇ, ਸਾਡੇ ਜੀਵਨ ਦਾ ਪਾਰਟ ਐਂਡ ਪਾਰਸਲ ਹੀ ਨਹੀਂ, ਉਹਦਾ ਆਧਾਰ ਨੇ, ਬੇਸ ਨੇ ਸਾਡਾ। ਠੀਕ ਹੈ। ਅਸੀਂ ਉਹਦੇ ਸਿਰ ਤੇ ਖੜੇ ਹਾਂ। ਜੋ ਥੱਲੇ ਬੇਸ ਨਿਕਲ ਜਾਏ ਤਾਂ ਅਸੀਂ ਜੀਵਨ ਸੰਭਵ ਹੀ ਨਹੀਂ ਹੈ। ਠੀਕ ਹੈ। ਉਹਦੇ ਅੰਦਰ ਵਾਇਰਸਿਸ ਇੰਨਾ ਜ਼ਿਆਦਾ ਰੋਲ ਹੈ ਵਾਇਰਸਿਸ ਦਾ ਕਿ ਵਾਇਰਸਿਸ ਜਿਹੜਾ ਜਦੋਂ ਅਸੀਂ ਛੋਟੇ ਕੀੜ ਮਕੌੜਿਆਂ ਤੋਂ ਮਨੁੱਖ ਤੱਕ ਦੀ ਜਿਹੜਾ ਹੋਇਆ ਵਿਕਾਸ ਹੋਇਆ, ਉਹਦੇ ਅੰਦਰ ਵਾਇਰਸ ਦਾ ਬਹੁਤ ਵਾਈਟਰ ਰੋਲ ਹੈ। ਉਹਨੇ ਸਾਡੇ ਜੀਨਸ ਨੂੰ ਲੈਣ ਦੇਣ ਕੀਤੀ ਹੈ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲਿਜਾਣ ਲਈ ਵਾਇਰਸ ਨੇ ਰੋਲ ਪਲੇ ਕੀਤਾ ਸਾਰਾ। ਤਾਂ ਵਾਇਰਸ ਅੱਜ ਵੀ ਵਾਇਰਸ ਉਹ ਜੀਵ ਨੇ ਜਿਹੜਾ ਸਾਡੇ ਜੀਨ ਦੇ ਨਾਲ ਰਲ ਕੇ ਕੰਮ ਕਰਦਾ ਹੈ। ਔਰ ਉਹ ਜਿਹੜਾ ਜਦੋਂ ਸਾਡੇ ਅੰਦਰ ਕੋਈ ਨਵੀਂ ਸਟ੍ਰੈਸ ਆ ਜਾਂਦੀ ਹੈ, ਮਤਲਬ ਸਾਡੇ ਹਾਲਾਤ ਨਵੇਂ ਬਣ ਗਏ, ਸਾਡੇ ਆਲੇ ਕੋਈ ਨਵਾਂ ਕੈਮੀਕਲ ਆ ਗਿਆ, ਕੋਈ ਨਵਾਂ ਸਾਨੂੰ ਚੈਲੰਜ ਆ ਗਿਆ, ਤਾਂ ਸਾਡੇ ਜੀਨ ਨੂੰ ਬਦਲਣਾ ਪੈਂਦਾ। ਸਾਡਾ ਜੀਨ ਉਹੀ ਨਹੀਂ ਰਹਿੰਦਾ। ਉਹ ਜੋ ਜੀਨ ਨੂੰ ਬਦਲਦਾ ਤਾਂ ਕੌਣ ਬਦਲਦਾ? ਵਾਇਰਸ ਉਹਦੇ ਹੈਲਪਰ ਨੇ। ਸੋ ਵਾਇਰਸ ਜਿਹੜੇ ਕੋਈ ਦੁਸ਼ਮਣ ਨਹੀਂ ਹੈਗੇ ਸਾਡੇ। ਠੀਕ ਹੈ। ਸਾਡੇ ਵਾਇਰਸ ਸਾਡਾ ਪਾਰਟ ਐਂਡ ਪਾਰਸਲ ਨੇ। ਸਾਡੇ ਜਿੰਨੇ ਨੰਬਰ ਆਫ ਸੈਲਸ ਨੇ ਉਹਦੇ ਨਾਲ 10 ਗੁਣਾ ਜ਼ਿਆਦਾ ਬੈਕਟੀਰੀਆ ਨੇ ਤੇ 100 ਗੁਣਾ ਜ਼ਿਆਦਾ ਵਾਇਰਸ ਸਾਡੇ ਅੰਦਰ ਹੈ। ਹਰ ਵੇਲੇ ਹੁੰਦੀਆਂ ਨੇ ਵਾਇਰਸਿਸ, ਉਹ ਕੀ ਖਾਸ ਗੱਲ ਹੈ? ਅਸੀਂ ਕਿਤੋਂ ਬਚਣਾ? ਹੁਣ ਤਾਂ ਇਹ ਪ੍ਰੂਵ ਹੋ ਰਿਹਾ ਕਿ ਵਾਇਰਸਿਸ ਉਸੇ ਕਿਤੋਂ ਬਾਹਰੋਂ ਨਹੀਂ ਆਉਂਦੀਆਂ। ਕਰੋੜਾਂ ਸਾਲ ਤੋਂ ਵਾਇਰਸਿਸ ਹੈਗੀਆਂ ਤੇ ਇੱਥੇ ਹੈਗੀਆਂ, ਹਰ ਥਾਂ ਤੇ ਉਹੀ ਨੇ। ਅਮਰੀਕਾ 'ਚ ਵੀ ਉਹੀ ਨੇ, ਚੀਨ 'ਚ ਵੀ ਉਹੀ ਨੇ, ਹਰ ਮੁਲਕ 'ਚ ਉਹੀ ਨੇ, ਮਿੱਟੀ 'ਚ ਵੀ ਉਹੀ ਨੇ। ਜੋ ਸੂਖਸ਼ਮ ਜੀਵ ਮਿੱਟੀ 'ਚ ਨੇ ਸਾਡੀਆਂ ਅੰਤੜੀਆਂ 'ਚ ਨੇ। ਜੀ। ਤਾਂ ਇਸ ਜੀਵਨ ਦਾ ਜਿਹੜੇ ਸੂਖਸ਼ਮ ਜੀਵ ਨੇ ਉਹ ਪਾਰਟ ਐਂਡ ਪਾਰਸਲ ਨੇ। ਨਾ ਉਹਨਾਂ ਨੇ ਕਿਤੇ ਆਉਣਾ ਹੁੰਦਾ, ਨਾ ਉਹਨਾਂ ਨੇ ਕਿਤੇ ਜਾਣਾ ਹੁੰਦਾ। ਬਿਮਾਰ ਕਦੋਂ ਹੁੰਦੇ ਅਸੀਂ? ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ। ਜਦੋਂ ਅਸੀਂ ਮਤਲਬ ਬਿਮਾਰ ਹੋਣ 'ਚ ਅਸੀਂ ਜ਼ਿੰਮੇਵਾਰ ਹਾਂ। ਵਾਇਰਸ ਕੋ ਬਿਮਾਰ ਪੂਰ ਨਹੀਂ ਕਰਨਾ ਚਾਹੁੰਦੀਆਂ ਸਾਨੂੰ। ਠੀਕ ਹੈ ਜੀ। ਉਹਨਾਂ ਦਾ ਅਧਿਕਾਰ ਸੀ। ਠੀਕ ਹੈ। ਉਹ ਵੀ ਰਹਿੰਦੇ ਆ ਇਸੇ ਵਾਤਾਵਰਨ 'ਚ ਰਹਿੰਦੇ ਆ, ਅਸੀਂ ਵੀ ਰਹਿੰਦੇ ਆ। ਉਹ ਵੀ ਸਾਡੇ ਅੰਦਰ ਰਹਿੰਦੇ ਆ, ਸਾਡਾ ਪਾਰਟ ਐਂਡ ਪਾਰਸਲ ਨੇ। ਉਹਨਾਂ ਦਾ ਘਰ ਹੈ, ਉਹ ਕੋਈ ਬਿਮਾਰ ਕਰਨਾ ਚਾਹਣਗੇ ਸਾਨੂੰ? ਅਸੀਂ, ਕਿਉਂਕਿ ਉਹਨਾਂ ਦਾ ਸੁਭਾਅ ਇੱਦਾਂ ਦਾ, ਉਹਨਾਂ ਦਾ ਤਿੰਨੋਂ ਗੁਣ ਨੇ। ਉਹਨਾਂ ਦਾ ਬ੍ਰਹਮਾ ਗੁਣ ਵੀ ਹੈ, ਪੈਦਾ ਵੀ ਕਰਦੇ ਉਹ, ਰਚਨਾ ਵੀ ਕਰਦੇ, ਰਚਨਹਾਰੇ ਹੈ। ਵਿਸ਼ਨੂੰ ਦਾ ਗੁਣ ਵੀ ਹੈ, ਪਾਲਦੇ ਵੀ ਉਹ, ਤੇ ਸ਼ਿਵ ਵੀ ਨੇ ਉਹ। ਇਹ ਰੋਲ ਪਰਮਾਤਮਾ ਨੇ ਉਹਨਾਂ ਤਿੰਨ ਸੂਖਸ਼ਮ ਜੀਵਾਂ ਨੂੰ ਦਿੱਤਾ ਹੈ। ਤੇ ਸ਼ਿਵ ਰੋਲ ਜਿਹੜਾ ਉਹਨਾਂ ਨੂੰ ਇਹ ਰੋਲ ਦਿੱਤਾ ਕਿ ਜਦੋਂ ਕੋਈ ਜੀਵ ਕਮਜ਼ੋਰ ਹੁੰਦਾ ਤਾਂ ਉਹਨਾਂ ਨੂੰ ਮੈਸੇਜ ਆ ਜਾਂਦਾ ਕਿ ਇਹ ਜੀਵ ਮਰਨ ਵਾਲਾ ਹੈ, ਮਰ ਸਕਦਾ ਹੈ, ਤੁਸੀਂ ਤਿਆਰ ਰਹੋ। ਉਹ ਬਿਮਾਰੀ ਹੈ। ਸੋ ਅਸੀਂ ਜਦੋਂ ਕਮਜ਼ੋਰ ਆ ਤਾਂ ਸ਼ਿਵ ਭਾਰੂ ਹੋ ਜਾਂਦਾ, ਵਿਸ਼ਨੂੰ ਕਮਜ਼ੋਰ ਪੈ ਜਾਂਦਾ। ਉਹ ਕਿੱਥੋਂ ਆਉਂਦਾ? ਮੈਸੇਜ ਅੰਦਰੋਂ ਕੁਦਰਤ ਦਿੰਦੀ ਹੈ। ਜੋ ਕੁਦਰਤ ਸਾਰਾ ਪਸਾਰਾ ਹੈ ਊਰਜਾ ਦੀ ਸ਼ਕਲ 'ਚ, ਉਹਨਾਂ ਨੂੰ ਮੈਸੇਜ ਦੇ ਦਿੰਦਾ ਇਹ ਜੀਵ ਜਿਹੜਾ ਕਮਜ਼ੋਰ ਹੋ ਰਿਹਾ, ਇਹ ਮਰ ਸਕਦਾ, ਇਹਨੂੰ 5 ਤੱਤਾਂ 'ਚ ਵਾਪਸ ਭੇਜਣਾ ਤੋੜ ਕੇ, ਤੇ ਤੁਸੀਂ ਤਿਆਰ ਰਹੋ। ਉਹ ਬਿਮਾਰ ਹੋ ਜਾਂਦਾ ਬੰਦਾ। ਜੇ ਉਹਦਾ ਵਿਸ਼ਨੂੰ ਮਜ਼ਬੂਤ ਰਹੇ, ਉਹ ਬੰਦਾ ਮਜ਼ਬੂਤ ਰਹੇ, ਤਾਂ ਸ਼ਿਵ ਦਬਿਆ ਰਹਿੰਦਾ। ਉਹ ਇੱਕ ਰੂਲ ਹੈ ਉਹਨਾਂ ਦਾ। ਉਹਨਾਂ ਕੋਈ ਜਾਣ ਕੇ ਨਹੀਂ ਸਾਨੂੰ ਬਿਮਾਰ ਕਰਦੇ। ਬਿਮਾਰ ਅਸੀਂ ਹੁੰਦੇ ਜਦੋਂ ਅਸੀਂ ਆਪਣੀਆਂ ਗਲਤੀਆਂ ਕਰਕੇ, ਆਪਣੀਆਂ ਬੇਵਕੂਫੀਆਂ ਕਰਕੇ, ਜਾਂ ਆਪਣੀ ਹਵਾ ਗੰਦੀ ਕਰ ਲਈ, ਪਾਣੀ ਗੰਦਾ ਕਰ ਲਿਆ, ਭੋਜਨ ਗੰਦਾ ਕਰ ਲਿਆ, ਰਹਿਣ ਸਹਿਣ ਐਡਾ ਨਿਕੰਮਾ ਕਰ ਲਿਆ ਕਿ ਅਸੀਂ ਮਤਲਬ ਬੇਵਕੂਫਾਂ ਨੂੰ, ਜਿਹੜਾ ਮੇਰੇ ਕੋਲ ਬੰਦਾ ਬੈਠਾ ਬਿਮਾਰ ਹੋ ਕੇ ਆ ਗਿਆ, ਅੱਧੀਆ ਦਾਰੂ ਪੀ ਰਿਹਾ ਰੋਜ਼, 5 ਸਾਲ ਤੋਂ। ਮੈਂ ਕਦ ਲਈ ਪੀ ਰਿਹਾ ਤਾਂ ਅੱਧੀਆ ਦਾਰੂ ਰੋਜ਼, ਬਸ ਜੀ ਉਹਦਾ ਨੀਂਦ ਆ ਜਾਂਦੀ ਹੈ। ਇਹੋ ਜਿਹੇ
ਫਿਰ ਉਹਦੇ 'ਚ ਅਸੀਂ ਕਿਸੇ ਵਾਇਰਸ ਨੂੰ ਕਿਉਂ ਦੋਸ਼ੀ ਠਹਿਰਾਈਏ? ਦੋਸ਼ੀ ਅਸੀਂ ਆਪ ਹਾਂ ਕਿ ਅਸੀਂ ਆਪਣਾ ਖਾਣ ਪੀਣ, ਆਪਣੀ ਹਵਾ, ਆਪਣਾ ਪਾਣੀ ਪ੍ਰਦੂਸ਼ਣ ਕਰ ਲਿਆ। ਆਪਣੀ ਕੁਦਰਤ ਮਾਂ ਜਿਹੜੀ ਸਾਡੀ ਹੈ, ਸਾਡੀ ਮਾਂ ਜਿਹੜੀ ਕੁਦਰਤ, ਉਹਨੂੰ ਅਸੀਂ ਉਹਦੇ ਬੱਚੇ ਹਾਂ। ਅਸੀਂ ਉਹਦੇ ਨਿਯਮਾਂ ਦੇ, ਉਹਦੇ ਅਸੂਲਾਂ ਦੇ ਖਿਲਾਫ ਚੱਲ ਕੇ ਉਹਦੇ ਵਿਰੁੱਧ ਚੱਲਦੇ ਆ ਤਾਂ ਉਹਦਾ ਖਾਮਿਆਜਾ ਸਾਨੂੰ ਭੁਗਤਣਾ ਪੈਂਦਾ। ਇਹ ਵਾਇਰਸ ਹਵਾ ਦੇ ਵਿੱਚ ਵੀ ਟਰੈਵਲ ਕਰਦਾ ਹੈ? ਹਰ ਥਾਂ ਤੇ ਹੁੰਦੇ ਆ, ਹਵਾ 'ਚ ਵੀ ਵਾਇਰਸ ਹੁੰਦੇ ਆ, ਪਾਣੀ 'ਚ ਵੀ ਹੁੰਦੇ ਆ, ਸਾਡੇ ਸਰੀਰਾਂ 'ਚ ਵੀ ਹੁੰਦੇ ਆ, ਸੂਖਸ਼ਮ ਜੀਵਾਂ 'ਚ ਵੀ ਹੁੰਦੇ, ਸਭ ਥਾਂ ਤੇ ਹੁੰਦੇ ਆ ਜੀ। ਈਵਨ ਬੈਕਟੀਰੀਆ ਜਿਹੜੇ ਨੇ ਉਹਨਾਂ ਦੇ ਅੰਦਰ ਵਾਇਰਸ ਹੁੰਦੇ ਆ ਜੀ। ਜਿਹੜਾ ਬੈਕਟੀਰੀਆ ਉਹਨੂੰ ਅਸੀਂ 300 ਗੁਣਾ ਵੱਡਾ ਕਰਕੇ ਦੇਖਦੇ ਆ ਜਦੋਂ, ਤਾਂ ਉਹ ਦਿਖਦਾ ਸਾਨੂੰ ਉਹਨਾਂ ਕਿ ਜਿੰਨਾ ਕਿ ਪੈਨ ਦੀ ਡਾਟ ਹੈ ਜਾਂ ਪੈਨ ਦੀ ਬਰੀਕ ਜਿਹੀ ਲਕੀਰ ਹੈ ਜੀ, 300 ਗੁਣਾ ਵੱਡਾ ਕਰਕੇ। ਵਾਇਰਸ ਉਸ ਤੋਂ ਕਿੰਨੇ 100 ਗੁਣਾ ਛੋਟੇ ਨੇ, ਯਾਨੀ ਕਿ ਉਹ ਜਿਹੜਾ 300 ਗੁਣਾ ਵੱਡਾ ਕਰਕੇ ਅਸੀਂ ਦੇਖਦੇ ਉਹਦੇ ਅੰਦਰ ਵੀ ਵਾਇਰਸ ਹੁੰਦੇ ਆ ਸੈਂਕੜੇ, ਇੱਕ ਬੈਕਟੀਰੀਆ ਦੇ ਅੰਦਰ ਇੰਨੇ ਛੋਟੇ ਆ। ਔਰ ਵਾਇਰਸ ਦੀ ਆਪਣੀ ਕੋਈ ਔਕਾਤ ਨਹੀਂ ਹੁੰਦੀ, ਵਾਇਰਸ ਦੀ ਆਪਣੀ ਕੋਈ ਔਕਾਤ ਨਹੀਂ ਹੁੰਦੀ। ਵਾਇਰਸ ਸਾਡੇ DNA ਨਾਲ ਰਲ ਕੇ ਹੀ ਉਹਦੀ ਔਕਾਤ ਹੈ। ਸਾਡੇ DNA ਦੇ ਨਾਲ ਰਲ ਕੇ ਉਹ ਮਲਟੀਪਲਾਈ ਕਰ ਸਕਦੇ ਆ, ਉਹਨੂੰ ਜੀਵਨ ਮਿਲਦਾ। ਸਾਡੇ DNA ਤੋਂ ਬਿਨਾਂ ਉਹਦੀ ਕੋਈ ਔਕਾਤ ਨਹੀਂ ਹੈ। ਵੱਡੇ ਜੀਵਨ ਦੇ DNA ਜੀਨਸ ਨਾਲ ਮਿਲ ਕੇ ਉਹ ਵੱਧਦੇ ਫੁੱਲਦੇ ਆ। ਹਾਂ, ਤੇ ਇਸੇ ਕਰਕੇ ਇਹਨਾਂ ਦਾ ਨਾ ਕੋਈ ਟੀਕਾ ਬਣ ਸਕਦਾ, ਨਾ ਇਹਨਾਂ ਦੀ ਕੋਈ ਦਵਾਈ ਡਿਵੈਲਪ ਹੋ ਸਕਦੀ ਹੈ, ਕਿਉਂਕਿ ਜਿਹੜੀ ਵੀ ਦਵਾਈ ਅਸੀਂ ਬਣਾਵਾਂਗੇ ਉਹ ਸਾਨੂੰ ਵੀ ਮਾਰੇਗੀ। WHO ਤੇ ਕਹਿ ਰਿਹਾ ਅਸੀਂ ਵੈਕਸੀਨ ਲੈ ਕੇ ਆ ਰਹੇ ਜਲਦੀ। ਵੈਕਸੀਨ ਰੈਸਪੀਰੇਟਰੀ ਵਾਇਰਸ ਦਾ, RNA ਵਾਇਰਸ ਦਾ ਬਣ ਹੀ ਨਹੀਂ ਸਕਦਾ, ਝੂਠ ਬੋਲਦੇ ਆ। ਸਾਇੰਸ ਵਿਗਿਆਨ ਕਹਿੰਦਾ ਹੈ ਕਿ RNA ਵਾਇਰਸ ਦਾ ਤੁਸੀਂ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਕਾਮਯਾਬ ਨਹੀਂ ਹੋਗਾ, ਕਿਉਂਕਿ ਅੱਜ ਜਿਹੜੀ ਵਾਇਰਸ ਅੱਜ ਹੈ, ਜਦੋਂ ਸਾਲ 2 ਸਾਲ ਬਾਅਦ ਵੈਕਸੀਨ ਬਣਾਓਗੇ ਬਦਲ ਜਾਂਦੀ ਹੈ। ਉਹ ਚਿਹਰਾ ਮੋਰੇ ਬਦਲ ਜਾਂਦੀ ਹੈ ਆਪਣਾ, ਇੰਨੀ ਕੁਇਕ ਬਦਲਦੀ ਹੈ। ਕਿਉਂ ਰੈਸਪੀਰੇਟਰੀ ਵਾਇਰਸ ਇੰਨੀ ਤੇਜ਼ੀ ਨਾਲ ਫੈਲਦੀ ਹੈ। ਮੰਨ ਲਓ ਆਪਾਂ ਬੈਠੇ ਹੋਣ ਜੀ, 5 ਮਿੰਟਾਂ ਦੀ ਗੱਲ 'ਚ ਆਪਣੀ ਵਾਇਰਸ ਸੰਨੀਆਂ ਹੋ ਜਾਣਗੀਆਂ। ਜੇ ਤੁਹਾਡੀ ਭਾਰਤ ਸਰਕਾਰ ਤੇ ਕਹਿ ਰਹੀ ਹੈ ਕਿ ਥੋੜੀ ਦੇਰ ਵੇਟ ਕਰੋ, ਸਤੰਬਰ ਤੋਂ ਪਹਿਲਾਂ ਵੈਕਸੀਨ ਆ ਰਹੀ ਹੈ, ਫਿਰ ਆਪਾਂ ਜਨਜੀਵਨ ਬਹਾਲ ਕਰ ਦਾਂਗੇ। ਕੋਈ ਵਿਗਿਆਨਕ ਪ੍ਰੂਫ ਨਹੀਂ ਹੈ। ਇਹ ਸਾਰਾ ਅਮਰੀਕਾ ਬੋਲੀ ਜੋ ਬੋਲ ਰਿਹਾ, WHO ਜੋ ਬੋਲੀ ਬੋਲ ਰਿਹਾ, ਸਾਡੀ ਸਰਕਾਰ ਬੋਲੀ ਜਾ ਰਹੀ ਹੈ। ਕੋਈ ਵਿਗਿਆਨਕ ਆਧਾਰ ਨਹੀਂ ਇਹਦਾ। ਕਿਉਂ ਸਾਡੇ ਇੰਨੇ ਆਯੁਰਵੈਦਿਕ ਵਿਗਿਆਨੀ, ਸਾਡੇ ਹੋਮਿਓਪੈਥਿਕ ਵਿਗਿਆਨੀ, ਐਲੋਪੈਥਿਕ ਵਿਗਿਆਨੀ ਕਿੰਨੇ, ਕੋਈ ਵੀ ਇਹਦੇ ਉੱਤੇ ਸਰਚ ਨਹੀਂ ਕਰ ਰਿਹਾ? ਕੁਝ ਵੀ ਬੋਲ ਰਹੇ ਹੋ ਤਾਂ ਕਹਿ ਰਹੇ ਕੋਈ ਸਾਨੂੰ ਵੈਕਸੀਨ ਦੀ ਲੋੜ ਨਹੀਂ ਹੈ। ਆਯੁਰਵੈਦਿਕ ਵਾਲੇ ਬਹੁਤ ਲੋਕ ਬੋਲ ਰਹੇ ਆ ਕਿ ਸਾਨੂੰ ਹੋਮਿਓਪੈਥੀ ਵਾਲੇ ਵੀ ਬੋਲ ਰਹੇ ਆ ਜੀ। ਠੀਕ ਹੈ, ਔਰ ਸਰਕਾਰ ਤੋਂ ਡਰਦੇ ਨਹੀਂ ਬੋਲਦੇ ਜੀ। ਲੇਕਿਨ ਜੇ ਤੁਸੀਂ ਪ੍ਰਾਈਵੇਟ 'ਚ ਗੱਲ ਕਰਦੇ ਹੋ ਤਾਂ ਕਹਿੰਦੇ ਆ ਕੋਈ ਵੈਕਸੀਨ ਦੀ ਕੋਈ ਲੋੜ ਨਹੀਂ। ਤੁਸੀਂ MD ਹੋ, ਮਤਲਬ ਕਾਹਦੇ ਵਿੱਚ? ਆਯੁਰਵੈਦਿਕ? ਨਹੀਂ, ਮੈਂ ਆਯੁਰਵੈਦਿਕ ਦੀ, ਮੈਂ ਐਲੋਪੈਥੀ ਦੀ MD ਆ। 2 MD ਦੇ ਮੇਰੇ ਕੋਲੇ, ਬੱਚਿਆਂ ਦੀ MD ਆ ਔਰ ਕਮਿਊਨਿਟੀ ਮੈਡੀਸਨ ਦੀ ਹੈ। ਕਮਿਊਨਿਟੀ ਮੈਡੀਸਨ ਇਹੀ ਸਾਇੰਸ ਹੁੰਦੀ ਹੈ ਜਿਹੜੀ ਕਿ ਐਪੀਡੈਮਿਕਸ ਨੂੰ, ਮਹਾਮਾਰੀਆਂ ਨੂੰ ਕਿਵੇਂ ਆਪਾਂ ਕਰਨਾ। ਤੁਸੀਂ ਨੈਚੁਰਲ ਕਿਉਰ ਵੱਲ ਮਤਲਬ ਆਏ, ਜਿਹੜਾ ਤੁਹਾਡਾ ਨੈਚੁਰਲ ਜਿਹੜਾ ਟ੍ਰੈਡੀਸ਼ਨਲ ਫੂਡ ਹੈ ਤੁਸੀਂ ਉਹ ਰਿਕਮੈਂਡ ਕਰ ਰਹੇ ਹੋ, ਤੇ ਤੁਸੀਂ ਇੱਧਰ ਮਤਲਬ ਜਿਹੜਾ ਕਰੋਨਾ ਵਾਇਰਸ ਆਇਆ ਤੇ ਜਿੱਥੇ ਸਰਕਾਰ ਕੋਲ ਵੈਂਟੀਲੇਟਰ ਵੀ ਘੱਟ ਪੈ ਗਏ, ਤੇ ਤੁਹਾਡੀ ਵਲੰਟੀਅਰ ਟੀਮ ਨੇ ਕਿੰਨਾ ਕੰਮ ਕੀਤਾ? ਤੁਸੀਂ ਕਿੱਦਾਂ ਮੈਸੇਜ ਦਿੱਤਾ ਸਰਕਾਰ ਤੱਕ, ਕਿਵੇਂ ਮੈਸੇਜ ਪਹੁੰਚਾਇਆ, ਜਾਂ ਗਰਾਊਂਡ ਤੇ ਕਿੰਨਾ ਕੰਮ ਕੀਤਾ ਕਿ ਲੋਕਾਂ ਨੂੰ ਤੁਸੀਂ ਮੈਂਟਲੀ ਡਰੋ ਨਾ, ਅਸੀਂ ਤੁਹਾਡੀ ਹੈਲਪ ਕਰਾਂਗੇ? ਨਹੀਂ ਦੇਖੋ, ਮੈਂ ਨਹੀਂ, ਘੱਟੋ ਘੱਟ ਇੰਡੀਆ ਦੇ ਵਿੱਚ ਘੱਟੋ ਘੱਟ 7-8 ਬੰਦੇ ਬਹੁਤ ਮੁੱਖਲੀ ਬੋਲ ਰਹੇ ਆ, ਜਿਹੜੇ ਸਾਇੰਟਿਸਟ ਵੀ ਨੇ। ਬਾਕੀ ਆਮ ਤਾਂ ਬਹੁਤ ਉਹਦੇ ਸਪੋਰਟਰ ਤਾਂ ਬਹੁਤ ਨੇ, ਦੁਨੀਆ 'ਚ ਵੀ ਬਹੁਤ ਲੋਕ ਬੋਲ ਰਹੇ ਆ। 5-6 ਬੰਦੇ ਤਾਂ ਅਮਰੀਕਾ 'ਚ ਨੇ, 2-3 ਬੰਦੇ ਇੰਗਲੈਂਡ 'ਚ ਨੇ, ਪਾਕਿਸਤਾਨ 'ਚ ਡਾਕਟਰ ਬੋਲ ਰਹੇ ਆ। ਤਾਂ ਸਾਰੇ ਬੰਦੇ ਬੋਲ ਰਹੇ ਆ ਕਿ ਜਿਹੜਾ ਕਿਤੇ ਨਾ ਕਿਤੇ ਇਹ ਜਿਹੜਾ ਝੂਠ 'ਤੇ ਆਧਾਰਿਤ ਹੈ, ਇਹਦੀ ਕੋਈ ਜ਼ਰੂਰਤ ਨਹੀਂ ਹੈ। ਨਾ ਕੋਈ ਵੈਕਸੀਨ ਨੇ ਬਚਾਉਣਾ ਤੁਹਾਨੂੰ, ਨਾ ਕਿਸੇ ਦਵਾਈ ਨੇ ਬਚਾਉਣਾ, ਨਾ ਇਹਦੀ ਦਵਾਈ ਕੋਈ ਬਣ ਸਕਦੀ, ਨਾ ਕੋਈ ਵਾਇਰਸ ਪਾਇਆ। ਤੁਸੀਂ ਤੁਹਾਡੇ ਸੰਪਰਕ ਦੇ ਵਿੱਚ ਹੁਣ ਤੱਕ ਕਿੰਨੇ ਮਰੀਜ਼ ਆਏ ਜਿਨ੍ਹਾਂ ਨੂੰ ਤੁਸੀਂ ਜਾਣਕਾਰੀ ਦਿੱਤੀ? ਜਾਂ ਦੇਖੋ, ਜ਼ੁਕਾਮ ਦੇ ਮਰੀਜ਼ ਤਾਂ ਜ਼ੁਕਾਮ ਕੋਈ ਆਮ ਜਿਹੀ ਬਿਮਾਰੀ ਹੈ, ਰੋਜ਼ ਜ਼ੁਕਾਮ ਵਾਲੇ ਆਉਂਦੇ ਆ, ਨਾ ਉਹਨੂੰ ਕੋਈ ਇਲਾਜ ਕਰਨ ਦੀ ਲੋੜ ਹੈ। ਤੁਸੀਂ ਉਹਨਾਂ ਨੂੰ ਠੀਕ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਦੱਸ ਰਹੇ ਹੋ? ਹਾਂ ਬਿਲਕੁਲ, ਜੋ ਨਾਰਮਲ ਜਿਹਾ ਫੂਡ ਠੀਕ ਖਾਓ। ਜੇ ਬਿਮਾਰ ਹੋ ਜਾਂਦੇ ਹੋ ਤਾਂ ਸੋਲਿਡ ਫੂਡ ਛੱਡ ਦਿਓ 3 ਦਿਨ ਵਾਸਤੇ, ਲਿਕੁਇਡ ਫੂਡ ਤੇ ਆ ਜਾਓ। ਅਦਰਵਾਈਜ਼ ਕਾੜੇ ਦੱਸਦੇ ਅਸੀਂ ਥੋੜ੍ਹੇ ਬਹੁਤੇ, ਹਲਦੀ ਦਾ ਕਾੜਾ ਪੀ ਲਓ, ਕੋਈ ਜਵੈਣ ਦਾ ਪੀ ਲਓ, ਕੋਈ ਮਲੱਠੀ ਦਾ ਪੀ ਲਓ, ਕੋਈ ਜਿਹੜੀਆਂ ਮੈਡੀਸਨਲ ਪਲਾਂਟਸ ਨੇ। ਫੂਡ ਔਰ ਮੈਡੀਸਨਲ ਪਲਾਂਟਸ ਤੋਂ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਜੀ, ਕਿਉਂਕਿ ਦਵਾਈਆਂ ਜਿਹੜੀਆਂ ਨੇ, ਜਿਹੜੀਆਂ ਐਲੋਪੈਥਿਕ ਦਵਾਈਆਂ ਨੇ, ਇਹ ਕੋਈ ਤੋਂ ਬਚਾਉਂਦੀਆਂ ਨਹੀਂ ਹੈ, ਕਿਉਂਕਿ ਉਹਨਾਂ ਕੋਲ ਟ੍ਰੀਟਮੈਂਟ ਹੈ ਹੀ ਨਹੀਂ। ਹੁਣ ਜਿਹੜੇ ਪ੍ਰਾਈਵੇਟ ਹਸਪੀਟਲ ਲੱਖਾਂ ਰੁਪਏ ਦੇ ਬੈੱਡ ਵੇਚ ਰਹੇ ਆ, ਉਹਨੂੰ ਪੁੱਛੋ ਵੀ ਤੁਸੀਂ ਕਰਦੇ ਕੀ ਹੋ? ਕੁਛ ਵੀ ਨਹੀਂ ਉਹਨਾਂ ਨੂੰ ਕਰਨ ਨੂੰ। ਠੀਕ ਹੈ, ਬੈੱਡ ਦੇ ਪੈਸੇ ਲੈ ਰਹੇ ਹੋ ਤਾਂ। ਓਕੇ ਜੀ। ਸੋ ਦਰਸ਼ਕੋ, ਡਾਕਟਰ ਸਾਹਿਬ ਨੇ ਬੜੇ ਵਿਸਥਾਰ ਨਾਲ ਦੱਸਿਆ ਕਿ ਕਰੋਨਾ ਵਾਇਰਸ ਕੋਈ ਖਤਰਨਾਕ ਬਿਮਾਰੀ ਨਹੀਂ ਹੈ, ਇਹਦੇ ਤੋਂ ਬੜੀ ਸਾਵਧਾਨੀ ਦੇ ਨਾਲ ਬਚਿਆ ਜਾ ਸਕਦਾ ਹੈ। ਤੇ ਜਿਹੜਾ ਰੌਲਾ ਪੈ ਰਿਹਾ ਕਿ ਵੈਕਸੀਨ ਇਹਦਾ ਹੱਲ ਹੈ, ਉਹਨਾਂ ਨੇ ਇਹ ਵੀ ਜਿਹੜਾ ਹੈ ਉਹ ਕੰਡੈਮ ਕੀਤਾ ਇਸ ਦਾਅਵੇ ਨੂੰ ਕਿ ਵੈਕਸੀਨ ਵੀ ਇਸ ਦਾ ਹੱਲ ਨਹੀਂ ਹੈਗਾ। ਲੋਕ ਵੈਕਸੀਨ ਲਗਾ ਕੇ ਵੀ ਆਪਦੀ ਜ਼ਿੰਦਗੀ ਨੂੰ ਸੁਖਾਲਾ ਨਹੀਂ ਕਰ ਸਕਦੇ। ਤੋ ਡਾਕਟਰ ਸਾਹਿਬ ਦੇ ਕੋਲੋਂ ਕੁਝ ਹੋਰ ਜਾਣਕਾਰੀ ਲੈਂਦੇ ਆ ਅਗਲੇ ਵਿਸ਼ੇ ਦੇ ਉੱਤੇ ਵੀ। ਦਰਸ਼ਕੋ, ਇਹ ਤਾਂ ਸੀਗੀ ਕਰੋਨਾ ਵਾਇਰਸ ਦੀ ਗੱਲ,
ਕਿ ਕਰੋਨਾ ਵਾਇਰਸ ਕਿੱਦਾਂ ਹਾਰਮਫੁਲ ਹੈਗਾ, ਕਿੱਦਾਂ ਹਿਊਮਨ ਬਾਡੀ ਨੂੰ ਇਫੈਕਟ ਕਰਦਾ ਆ, ਕਿੰਨਾ ਡੇਂਜਰਸ ਆ, ਕੀ ਉਹਦਾ ਸਾਰਾ ਪ੍ਰੋਪੇਗੈਂਡਾ ਹੈ, ਵਰਲਡ ਪ੍ਰੋਪੇਗੈਂਡਾ ਕੀ ਹੈਗਾ ਆ, ਸਾਡੇ ਦੇਸ਼ ਦੇ ਵਿੱਚ ਕਿੰਨੀ ਅਵੇਅਰਨੈਸ ਹੈ। ਡਾਕਟਰ ਸਾਹਿਬ MD ਨੇ ਮੈਡੀਸਿਨ ਦੇ, ਲੇਕਿਨ ਕੰਮ ਕਰ ਰਹੇ ਨੇ, ਨੈਚੁਰਲ ਕਿਉਰ ਸੈਂਟਰ ਚਲਾ ਰਹੇ ਨੇ ਅਤੇ ਕੰਮ ਕਰ ਰਹੇ ਨੇ ਇੰਡੀਅਨ ਟਰਡੀਸ਼ਨਲ ਫੂਡ ਹੈਗਾ ਜਿਹੜਾ ਸਾਡਾ ਨੈਚੁਰਲ, ਜਿਹੜੀ ਕੁਦਰਤੀ ਖੇਤੀ ਹੈਗੀ ਆ, ਉਹਦੇ ਉੱਤੇ ਕੰਮ ਕਰ ਰਹੇ ਨੇ। ਕਿਉਂਕਿ ਕਰੋਨਾ ਕੋਈ ਵੀ ਵਾਇਰਸ ਜਦੋਂ ਹਿਊਮਨ ਬਾਡੀ ਨੂੰ ਇਫੈਕਟ ਕਰਦਾ ਆ ਅਤੇ ਸਭ ਤੋਂ ਵੱਡਾ ਜਿਹੜਾ ਸਾਡਾ ਹੈ ਉਹ ਸਵਾਲ ਇਹ ਹੁੰਦਾ ਹੈ ਕਿ ਆਪਣੇ ਇਮਿਊਨ ਸਿਸਟਮ ਨੂੰ ਕਿੱਦਾਂ ਤਕੜਾ ਕੀਤਾ ਜਾਵੇ। ਤਾਂ ਡਾਕਟਰ ਸਾਹਿਬ ਉਹਦੇ ਬਾਰੇ ਬੜਾ ਚੰਗੀ ਤਰ੍ਹਾਂ ਜਾਣਦੇ ਨੇ, ਬੜੇ ਚੰਗੀ ਤਰ੍ਹਾਂ ਆਪਣੇ ਪੇਸ਼ੈਂਟਸ ਨੂੰ ਐਡਵਾਈਜ਼ ਕਰਦੇ ਨੇ ਕਿ ਉਹਨਾਂ ਨੂੰ ਕੀ ਲੈਣਾ ਚਾਹੀਦਾ ਹੈ ਡਾਈਟ ਦੇ ਵਿੱਚ ਕਿ ਉਹਨਾਂ ਦਾ ਇਮਿਊਨ ਸਿਸਟਮ ਤਕੜਾ ਹੋਵੇ। ਡਾਕਟਰ ਸਾਹਿਬ ਤੁਸੀਂ ਆਪਣੇ ਸੈਂਟਰ ਦਾ ਨਾਮ ਰੱਖਿਆ ਨੈਚੁਰਲ ਕਿਉਰ ਸੈਂਟਰ। ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੇ ਦਰਸ਼ਕਾਂ ਨੂੰ ਉਸ ਸੈਂਟਰ ਬਾਰੇ ਦੱਸੋ ਕਿ ਤੁਸੀਂ ਇੱਥੇ ਬੇਸਿਕਲੀ ਲੋਕਾਂ ਨੂੰ ਕੀ ਐਡਵਾਈਜ਼ ਕਰਦੇ ਹੋ। ਇਸ ਤਰ੍ਹਾਂ ਕਿ ਪੂਰੀ ਦੁਨੀਆ ਦੇ ਅੰਦਰ ਜਿਹੜੀ ਨਾ ਪਿਛਲੇ 30 ਸਾਲਾਂ ਤੋਂ ਰਿਸਰਚ ਹੋ ਰਹੀ ਹੈ। ਚਾਈਨਾ ਸਟੱਡੀ ਨਾਂ ਦੀ ਸਟੱਡੀ ਹੋਈ ਸੀ ਡਾਈਟ ਦੇ ਉੱਪਰ, ਇਹ 1985 ਚ ਆ ਗਈ ਸੀਗੀ ਜੀ। ਉਹ ਚਾਈਨਾ ਸਟੱਡੀ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਇਸ ਵੇਲੇ ਨਿਊਟ੍ਰੀਸ਼ਨ ਦੇ ਉੱਪਰ ਸਟੱਡੀ ਹੋਈ, ਜਿਹੜੀ ਭੋਜਨ ਦੇ ਸਟੱਡੀ ਹੋਈ ਹੈ, ਸਭ ਤੋਂ ਵੱਡੀ ਸਟੱਡੀ ਹੋਈ ਹੈ। ਠੀਕ ਹੈ ਜੀ। ਔਰ ਬੜੀ ਲੰਬੀ ਚੱਲੀ, ਉਹ ਮੇਰੇ ਖਿਆਲ ਸ਼ਾਇਦ 7-8 ਸਾਲ ਚੱਲੀ, ਔਰ 7-8 ਸਾਲ ਤੋਂ ਬਾਅਦ 85 'ਚ ਸਾਹਮਣੇ ਆ ਗਈ। ਔਰ ਉਸ ਸਟੱਡੀ ਨੇ ਤਹਿਲਕਾ ਮਚਾਤਾ ਦੁਨੀਆ 'ਚ ਕਿ ਉਸ ਸਟੱਡੀ ਨੇ ਕੀ ਕੀਤਾ, ਚੈਲੰਜ ਕੀਤਾ ਪੂਰਾ ਕਿ ਜਿਨ੍ਹਾਂ ਬਿਮਾਰੀਆਂ ਨੂੰ ਲਾ ਇਲਾਜ ਤੇ ਕਿਹਾ ਜਾ ਰਿਹਾ ਕਿ ਇਹਨਾਂ ਦਾ ਕੋਈ ਇਲਾਜ ਨਹੀਂ ਹੈ ਔਰ ਜੇ ਆ ਗਈਆਂ ਤਾਂ ਫਿਰ ਰਹਿਣਗੀਆਂ, ਤੁਹਾਨੂੰ ਸਿਰਫ ਮੈਨੇਜ ਕਰਨਾ ਪਊਗਾ। ਉਹਨੂੰ ਕੁਐਸਚਨ ਨੂੰ ਚੈਲੰਜ ਕਰਤਾ। ਉਹਨਾਂ ਨੇ ਕਹਿਤਾ ਕਿ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਪ੍ਰੀਵੈਂਟੇਬਲ ਨੇ, ਯਾਨੀ ਕਿ ਰੋਕੀਆਂ ਜਾ ਸਕਦੀਆਂ ਨੇ। ਠੀਕ ਹੈ ਜੀ। ਤੇ ਇਲਾਜ ਕੀਤਾ ਜਾ ਸਕਦਾ ਕਾਹਦੇ ਨਾਲ? ਸਿਰਫ ਭੋਜਨ ਨਾਲ, ਫੂਡ ਦੇ ਨਾਲ। ਉਹਨਾਂ ਨੇ ਜਿਹੜੀ ਸਿੰਗਲ ਲਾਈਨ ਅਗਰ ਉਹਦਾ ਮੈਸੇਜ ਚਾਈਨਾ ਸਟੱਡੀ ਦਾ ਕਹੀਏ ਤਾਂ ਉਹਨਾਂ ਨੇ ਕਿਹਾ ਪਲਾਂਟ ਬੇਸਡ ਹੋਲ ਫੂਡ। ਪਲਾਂਟ ਬੇਸਡ ਹੋਲ ਫੂਡ ਯਾਨੀ ਕਿ ਪੌਦਿਆਂ ਤੇ ਆਧਾਰਿਤ ਕੁਦਰਤੀ ਖਾਣਾ, ਜਿੱਦਾਂ ਕੁਦਰਤ 'ਚ ਹੈਗਾ, ਉਹਨੂੰ ਘੱਟ ਤੋਂ ਘੱਟ ਪ੍ਰੋਸੈਸ ਕਰਕੇ ਅਗਰ ਉਹ ਖਾਣਾ ਖਾਇਆ ਜਾਵੇ ਤਾਂ ਇਹ ਬਿਮਾਰੀਆਂ ਹੁੰਦੀਆਂ ਨਹੀਂ। ਠੀਕ ਹੈ। ਉਹਨਾਂ ਨੇ ਕੱਲੀ ਉਦਾਹਰਨ ਦਿੱਤੀ, ਕੱਲੀ ਸਟੱਡੀ ਕੋਟ ਕੀਤੀ ਕਿ ਕਿਹੜੀ ਸਭਿਅਤਾਵਾਂ ਦੇ ਵਿੱਚ ਜਿੱਥੇ ਇੱਕ ਇੱਦਾਂ ਦੇ ਭੋਜਨ ਖਾਏ ਜਾਂਦੇ ਉੱਥੇ ਸ਼ੂਗਰ ਨਾਂ ਦੀ ਕੋਈ ਬਿਮਾਰੀ ਨਹੀਂ ਹੈ, ਕੈਂਸਰ ਨਹੀਂ ਹੈ, BP ਨਹੀਂ ਹੈ, ਕੋਈ ਹੋਰ ਬਿਮਾਰੀ ਨਹੀਂ ਹੈ, ਕੋਈ ਬਿਮਾਰੀ ਹੁੰਦੀ ਨਹੀਂ, ਲੋਕ ਬੁਢਾਪੇ ਨਾਲ ਹੀ ਮਰਦੇ ਆ। ਤਾਂ ਉਹਨਾਂ ਨੇ ਪੂਰੇ ਉਦਾਹਰਨਾਂ ਦਿੱਤੀਆਂ, ਪੂਰੇ ਐਗਜ਼ਾਮਪਲ ਦਿੱਤੀਆਂ, ਡਾਈਟ ਕੋਟ ਕੀਤੀ, ਸਾਰੀ ਬੜੀ ਲੰਬੀ ਚੌੜੀ ਸਟੱਡੀ। ਉਸ ਤੋਂ ਬਾਅਦ ਫਿਰ ਇਹਦੇ ਜਿਹੜੇ ਫਾਰਮਾ ਕੰਪਨੀਆਂ ਵਾਲੇ ਸੀ ਜਾਂ ਜਿਹੜੇ ਰਵਾਇਤੀ ਡਾਕਟਰ ਸੀਗੇ ਜਾਂ ਮੈਡੀਕਲ ਪ੍ਰੋਫੈਸਰ ਸੀ, ਉਹਨਾਂ ਨੇ ਬਹੁਤ ਇਸ ਗੱਲ ਤੇ ਜਿਹੜੀ ਹੈ ਗੁੱਸਾ ਕੀਤਾ ਤੇ ਇਸ ਗੱਲ ਨੂੰ ਕੰਡੈਮ ਕੀਤਾ ਕਿ ਵੀ ਐਵੇਂ ਵਧਾ ਚੜਾ ਕੇ ਗੱਲ ਕਰ ਰਹੇ ਆ। ਚਲੋ ਖੈਰ ਉਹਦੇ ਤੋਂ ਬਾਅਦ ਫਿਰ ਬਹੁਤ ਰਿਸਰਚ ਹੋਈ ਔਰ ਅੱਜ ਇਹ ਐਸਟੈਬਲਿਸ਼ ਹੋ ਗਿਆ ਪੂਰੀ ਦੁਨੀਆ ਦੇ ਅੰਦਰ, ਕਿਉਂਕਿ ਉਸ ਤੋਂ ਬਾਅਦ ਫਿਰ ਬਹੁਤ ਲੋਕਾਂ ਨੇ ਇੱਥੇ ਖੋਜਾਂ ਕੀਤੀਆਂ। ਤਾਂ ਉਹ ਖੋਜਾਂ ਜਿਹੜੀਆਂ ਨੇ ਪੂਰੀ ਦੁਨੀਆ ਚੱਲ ਰਹੀਆਂ ਨੇ। ਆਪਾਂ ਜੋ ਇੱਥੇ ਕਰ ਰਹੇ ਹਾਂ ਨੈਚੁਰਲ ਕਿਉਰ ਸੈਂਟਰ ਦੇ ਅੰਦਰ ਕੋਈ ਅਜੂਬਾ ਨਹੀਂ ਹੈ, ਉਸ ਦੁਨੀਆ ਦੀ ਮੂਵਮੈਂਟ ਦਾ ਇੱਕ ਪਾਰਟ ਆ। ਅਸੀਂ ਉਸ ਦੁਨੀਆ ਦੀ ਮੂਵਮੈਂਟ ਜੋ ਦੁਨੀਆ 'ਚ ਰਿਸਰਚ ਹੋ ਰਹੀ ਹੈ ਉਹਦਾ ਇੱਕ ਛੋਟਾ ਜਿਹਾ ਰੂਪ ਇੱਥੇ ਲੋਕਾਂ ਦੀ ਸੇਵਾ 'ਚ ਅਰਪਿਤ ਕਰ ਰਹੇ ਹਾਂ ਕਿ ਸਾਡੇ ਲੋਕ ਜਿਹੜੇ ਕਿ ਇੰਨੇ ਜ਼ਿਆਦਾ ਬਿਮਾਰ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਕਿ ਅਸੀਂ ਘਰ ਬਿਮਾਰੀ ਜਿਹੜੀ ਹੈ ਇਸ ਵੇਲੇ ਪੈਰ ਪਸਾਰ ਕੇ ਬੈਠੀ ਆ। ਜਿਹੜੇ ਪੰਜਾਬੀ ਕਿਤੇ ਸਿਹਤ ਦਾ ਸਿੰਬਲ ਹੁੰਦੇ ਸੀ, ਸਿਹਤ ਦਾ ਜਿਹੜਾ ਰੂਪ ਸੀਗੇ ਵਧੀਆ ਸਿਹਤਾਂ ਦਾ, ਅੱਜ ਉਹ ਸਭ ਤੋਂ ਗੰਦੀਆਂ ਬਿਮਾਰੀਆਂ ਦਾ ਰੂਪ ਬਣ ਗਏ ਆ। ਤਾਂ ਉਹਦੇ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਿਹੜੀਆਂ ਖੋਜਾਂ ਨੇ ਉਹਨੂੰ ਆਪਾਂ ਕਿਤੇ ਨਾ ਕਿਤੇ ਪੰਜਾਬ 'ਚ ਲੈ ਕੇ ਆਈਏ ਤਾਂ ਕਿ ਅਸੀਂ ਭੋਜਨ ਦੇ ਨਾਲ ਔਰ ਉਹਦੇ ਨਾਲ ਜੁੜੇ ਹੋਏ ਦਵਾ ਪੌਦੇ, ਕੁਦਰਤ ਨੇ ਸਾਨੂੰ ਆਪਣੇ ਆਲੇ ਦੁਆਲੇ ਇੰਨੇ ਵਧੀਆ ਦਵਾ ਪੌਦੇ ਦਿੱਤੇ ਆ ਕਿ ਜੇ ਅਸੀਂ ਉਹਨਾਂ ਦੀ ਵਰਤੋਂ ਕਰ ਲਈਏ ਭੋਜਨ ਦੇ ਨਾਲ ਸ਼ਾਮਲ ਤਾਂ ਉਹ ਬਹੁਤ ਹੀ ਵਧੀਆ ਉਹਦੇ ਰਿਜ਼ਲਟ ਆਉਂਦੇ ਆ। ਔਰ ਤੀਜਾ ਉਹਦੇ 'ਚ ਅਸੀਂ ਸ਼ਾਮਲ ਕੀਤਾ ਕਿ ਫਿਜ਼ੀਕਲੀ ਐਕਟਿਵ ਰਹਿਣਾ, ਕੰਮ ਕਰਨਾ ਦਬਲ ਕੇ, ਕਿਉਂਕਿ ਸਾਇੰਸ ਇਹ ਪ੍ਰੂਵ ਕਰਦੀ ਹੈ ਕਿ ਜਿੰਨਾ ਦਬਲ ਕੇ ਸਰੀਰ ਨੂੰ ਵਰਤੋ ਉਹਨਾਂ ਜਾਂ ਕੰਮ ਕਰੋ ਜਾਂ ਵਰਜਿਸ਼ ਕਰੋ। ਠੀਕ ਹੈ ਜੀ। ਜਾਂ ਤਾਂ ਭਾਰੀ ਕੰਮ ਕਰੋ, ਜੇ ਭਾਰੀ ਕੰਮ ਹੈ ਤਾਂ ਬਹੁਤ ਹੀ ਵਧੀਆ ਫਿਰ ਐਕਸਰਸਾਈਜ਼ ਆਪੇ ਹੀ ਹੋ ਜਾਂਦੀ ਹੈ, ਤੇ ਜੇ ਨਹੀਂ ਹੈਗੀ ਤਾਂ ਫਿਰ ਕੋਈ ਵਰਜਿਸ਼ ਕਰੋ। ਠੀਕ ਹੈ ਜੀ। ਇਹ ਜਿਹੜਾ ਨੈਚੁਰਲ ਕਿਉਰ ਸੈਂਟਰ ਹੈ ਤੁਹਾਡਾ ਪਟਿਆਲਾ ਦੇ ਵਿੱਚ ਹੀ ਬ੍ਰਾਂਚ ਆ ਜਾਂ ਕਿਤੇ ਹੋਰ ਵੀ ਇਹਦੀ? ਅਸੀਂ ਜਿਹੜਾ ਅਸਲ ਐਕਚੁਅਲੀ ਨੈਚੁਰਲ ਕਿਉਰ ਸੈਂਟਰ ਖੋਲ੍ਹਣਾ ਸਾਡਾ ਕੋਈ ਮਕਸਦ ਨਹੀਂ ਸੀਗਾ ਜੀ। ਅਸੀਂ ਤਾਂ ਸੈਮੀਨਾਰ ਤੋਂ ਸ਼ੁਰੂ ਕੀਤੀ ਸੀ ਗੱਲ। ਠੀਕ ਹੈ ਜੀ। ਅਸੀਂ 7-8 ਮਹੀਨੇ 'ਚ 27 ਸੈਮੀਨਾਰ ਲਾਏ ਹਫ਼ਤਾਵਾਰੀ। ਠੀਕ ਹੈ। ਅਸੀਂ ਹਰ ਸੈਮੀਨਾਰ ਤੇ 200-250 ਬੰਦਾ ਹਰ ਹਫ਼ਤੇ ਬੁਲਾਉਂਦੇ ਸੀ ਇਸ ਐਤਵਾਰ ਨੂੰ। ਠੀਕ ਹੈ ਜੀ। ਉਹ 200-250 ਬੰਦੇ ਨੂੰ ਇਹੀ ਗੱਲ ਐਜੂਕੇਟ ਕਰਦੇ ਸੀਗੇ ਕਿ ਵੀ ਜੇ ਆਪਾਂ ਇੱਦਾਂ ਕਰੀਏ ਤਾਂ ਕੋਈ ਦਵਾਈ ਖਾਣ ਦੀ ਲੋੜ ਨਹੀਂ ਹੈ, ਜੇ ਕੋਈ ਬਿਮਾਰੀ ਨਹੀਂ ਹੈ ਤਾਂ ਨਹੀਂ ਹੋਏਗੀ, ਜੇ ਹੈਗੀ ਤਾਂ ਚਲੀ ਜਾਏਗੀ। ਠੀਕ ਹੈ। ਇਹ ਜਿਹੜੇ ਤੁਸੀਂ ਨੈਚੁਰਲ ਡਾਈਟ ਬਾਰੇ ਦੱਸ ਰਹੇ ਹੋ, ਤੁਸੀਂ ਰਿਕਮੈਂਡ ਕਰ ਰਹੇ ਹੋ ਆਪਣੇ ਪੇਸ਼ੈਂਟਸ ਨੂੰ, ਇਹ ਪੰਜਾਬ ਦੇ ਵਿੱਚ ਹੀ ਪੈਦਾ ਹੁੰਦੀ ਹੈ ਜਾਂ ਬਾਹਰ ਕਿਸੇ ਹੋਰ ਕੰਟਰੀ ਤੋਂ ਤੁਸੀਂ ਲੈ ਰਹੇ ਹੋ? ਨਹੀਂ, ਆਮ ਡਾਈਟ ਹੈ, ਇਹ ਕੋਈ ਖਾਸ ਗੱਲ ਨਹੀਂ ਮਿਲਟਸ ਨੂੰ ਛੱਡ ਕੇ। ਠੀਕ ਹੈ। ਜਿਹੜੇ ਮਿਲਟਸ ਨੇ
ਜਿਹੜੇ ਮੂਲ ਅਨਾਜ ਨੇ, ਜਿਵੇਂ ਬਾਜਰਾ ਫੈਮਿਲੀ ਵੀ ਕਹਿ ਸਕਦੇ ਉਹਨੂੰ, ਜਾਂ ਜਿਹੜੀ ਬਾਬੇ ਨਾਨਕ ਦੇ ਨਾਲ ਜੁੜਿਆ ਹੋਇਆ ਕੋਧਰਾ ਪਰਿਵਾਰ ਹੈ ਜੀ। ਸਾਡੇ ਕਿਉਂਕਿ ਅਸੀਂ ਗੁਰੂ ਸਾਹਿਬ ਨਾਲ ਜੁੜੇ ਹੋਏ ਹਾਂ, ਤਾਂ ਗੁਰੂ ਸਾਹਿਬ ਨੇ ਦੀ ਸਾਖੀ ਜਿਹੜੀ ਆ ਉਹ ਕੋਧਰੇ ਵਾਲੀ, ਉਹ ਸਾਨੂੰ ਬਹੁਤ ਦਿਲ 'ਚ ਸਾਡੇ ਬਸੀ ਹੋਈ ਹੈ। ਤਾਂ ਕੋਧਰਾ ਸਾਨੂੰ ਜ਼ਿਆਦਾ ਜਿਹੜਾ ਹੈ ਪਿਆਰਾ ਲੱਗਦਾ, ਆਪਾਂ ਨੂੰ ਕੋਧਰਾ ਪਰਿਵਾਰ ਵੀ ਕਹਿ ਸਕਦੇ ਹਾਂ। ਉਸੇ ਪਰਿਵਾਰ ਦੇ ਜਿਹੜੇ ਬਹੁਤ ਸਾਰੇ ਅਨਾਜ ਉਸ ਪਰਿਵਾਰ ਦੇ ਨੇ, ਉਹ 'ਚੋਂ 5 ਅਨਾਜ ਜਿਹੜੇ ਡਾਕਟਰ ਖਾਦਰਵਰੀ ਨਾਂ ਦਾ ਸਾਇੰਟਿਸਟ ਹੈ ਜੀ, ਉਹ ਕਰਨਾਟਕਾ ਦਾ ਜੀ। ਉਹਨੇ ਅਮਰੀਕਾ 'ਚੋਂ ਆਪਣੀ ਬਹੁਤ ਹੀ ਵਧੀਆ ਜੌਬ ਛੱਡ ਕੇ, ਜਦੋਂ ਇਹ ਪਤਾ ਲੱਗਿਆ ਕਿ ਸਾਰੇ ਜਿਹੜੇ ਲੋਕ ਨੇ ਬਿਮਾਰ ਹੋ ਰਹੇ ਆ ਗਲਤ ਖਾਣ ਕਰਕੇ, ਤਾਂ ਉਹਨੇ ਇੱਥੇ ਆ ਕੇ ਇਹਨਾਂ ਮਿਲਟਸ ਦੇ ਉੱਪਰ ਕੰਮ ਕੀਤਾ। ਔਰ ਪਿਛਲੇ 25 ਸਾਲਾਂ 'ਚ ਉਹਨੇ ਉਹ ਮਿਲਟਸ ਦੇ ਉੱਪਰ ਰਿਸਰਚ ਕੀਤੀ, ਔਰ ਉਹਨੂੰ ਫਿਰ ਕਿਸਾਨਾਂ ਕੋਲ ਜਾ ਕੇ ਅਗਵਾਇਆ। ਔਰ ਅੱਜ ਉੱਥੇ ਕਰਨਾਟਕਾ ਦੇ ਅੰਦਰ ਇੱਕ ਮੂਵਮੈਂਟ ਹੈ, ਪੂਰੀ ਲਹਿਰ ਹੈ ਕਿ ਉਹ ਲੋਕ ਜਿਹੜੇ ਬੀਜਦੇ ਆ ਉਹਨਾਂ ਨੂੰ ਤੇ ਨਾਲੇ ਖਾਂਦੇ ਆ ਤੇ ਨਾਲੇ ਫਿਰ ਸਿਹਤਮੰਦ ਹੋ ਰਹੇ ਆ। ਤਾਂ ਉਹ ਡਾਕਟਰ ਖਾਦਰਵਲੀ ਨੇ 5 ਅਨਾਜ ਜਿਹੜੇ ਕੱਢੇ ਆ, ਉਹ ਜਿਹੜੇ ਬਹੁਤ ਉੱਤਮ ਅਨਾਜ ਨੇ, ਜਿਹਨਾਂ ਨੂੰ ਉਹਨੇ ਪਿਆਰ ਨਾਲ ਸਤਿਕਾਰ ਨਾਲ ਸਿਰੀ ਧਾਨੀਆਂ ਕਿਹਾ, ਯਾਨੀ ਕਿ ਉਹ ਰਿਸਪੈਕਟੇਬਲ, ਇਹ ਸਾਡੇ ਬਹੁਤ ਪਵਿੱਤਰ ਅਨਾਜ ਜਿਹੜੇ ਕਿ ਬਿਮਾਰਾਂ ਨੂੰ ਵੀ ਸਹੀ ਕਰਨ ਦੀ ਸਮਰੱਥਾ ਰੱਖਦੇ। ਉਹ 'ਚ ਕੋਧਰਾ ਹੈ ਸਾਡਾ ਬਾਬੇ ਨਾਨਕ ਵਾਲਾ, ਕੰਗਣੀ ਹੈ, ਹਰੀ ਕੰਗਣੀ ਹੈ, ਕੁਟਕੀ ਹੈ, ਸਵਾਂਕ ਹੈ। ਇਹ ਸਾਰੇ ਅਨਾਜ ਸਾਡੇ ਮੂਲ ਅਨਾਜ ਸੀਗੇ। ਇਹਦੇ 'ਚੋਂ ਕੋਧਰਾ ਸਾਡਾ ਆਪਣਾ ਅਨਾਜ ਸੀਗਾ। ਕੋਧਰਾ ਇਸ ਹਿਮਾਲਯਨ ਬੈਲਟ ਦਾ ਮੂਲ ਅਨਾਜ ਸੀਗਾ। ਬਾਬੇ ਨਾਨਕ ਦੀ ਸਾਖੀ ਕੋਈ ਬਾਈ ਚਾਂਸ ਨਹੀਂ ਹੈ ਜੀ। ਉਸ ਵੇਲੇ ਦਾ ਮੂਲ ਅਨਾਜ ਹੀ ਕੋਧਰਾ ਸੀਗਾ। ਕੋਧਰੇ ਨੂੰ ਮੰਨਿਆ ਜਾਂਦਾ ਸੀ ਕਿ ਸਖਤ ਕੰਮ ਕਰਨ ਵਾਲਾ, ਮੁਸ਼ੱਕਤ ਵਾਲਾ, ਜਿਹਨੇ ਸਿਹਤ ਵਧੀਆ ਚਾਹੀਦੀ ਜਿਹਨੂੰ, ਉਹ ਕੋਧਰਾ ਖਾਏਗਾ ਜੀ। ਇਹ ਜਿਹੜਾ ਮੂਲ ਅਨਾਜ ਹੈ ਪੰਜਾਬ ਦਾ, ਇਹ ਉਸੇ ਹਰੀ ਕ੍ਰਾਂਤੀ ਦੇ ਨਾਅਰੇ ਥੱਲੇ ਦੱਬਿਆ ਗਿਆ ਸਾਰਾ? ਨਹੀਂ, ਉਸ ਤੋਂ ਪਹਿਲਾਂ ਵੀ ਦੱਬਿਆ ਗਿਆ ਸੀਗਾ। ਹਰੀ ਕ੍ਰਾਂਤੀ ਤੋਂ ਪਹਿਲਾਂ ਵੀ ਇਹ ਥੋੜਾ ਘਟ ਗਿਆ ਸੀਗਾ। ਤੇ ਉਹਦੇ ਕਿਉਂਕਿ ਥੋੜੀ ਜਿਹੜੇ ਬਾਕੀ ਕੀ ਕਾਰਨ ਸੀ ਉਹਦੇ, ਕਿਉਂਕਿ ਬਹੁਤ ਵਿਦੇਸ਼ੀ ਲੋਕ ਬਹੁਤ ਆਉਂਦੇ ਰਹੇ, ਤਾਂ ਕਾਫੀ ਮਿਕਸਿੰਗ ਹੋਈ। ਠੀਕ ਹੈ ਜੀ। ਉਹ ਮਿਲਾਵਟ ਤੇ ਬਹੁਤ ਲੰਬੇ ਸਮੇਂ ਤੋਂ ਆਉਂਦੇ ਰਹੇ। ਕਣਕ ਪੰਜਾਬ ਦਾ ਮੂਲ ਅਨਾਜ ਨਹੀਂ? ਕਣਕ ਮੂਲ ਅਨਾਜ ਨਹੀਂ ਹੈਗਾ, ਬਹੁਤ ਲੰਬਾ ਮੂਲ ਅਨਾਜ ਨਹੀਂ। ਦੂਜੀ ਗੱਲ, ਜਿਹੜੀ ਦੇਸੀ ਕਣਕ ਸੀਗੀ ਉਹ ਤੇ ਇਹ ਕਣਕ ਤੇ ਬਿਲਕੁਲ ਡਿਫਰੈਂਟ, ਕੋਈ ਮੁਕਾਬਲਾ ਹੀ ਨਹੀਂ ਹੈ। ਅੱਛਾ, ਕਣਕ ਦੀਆਂ ਵੀ 2 ਕਿਸਮਾਂ ਨੇ? ਨਾ, ਸਾਡੀ ਲੰਬੀ ਕਣਕ ਜਿਹੜੀ ਸੀ ਦੇਸੀ ਸੀਗੀ, ਉਹ ਤਾਂ ਲੰਬੀ ਸੀ ਬਹੁਤ। ਅੱਛਾ ਜੀ। ਉਹ 'ਚ ਖੜਾ ਤਾਂ ਬੰਦਾ ਲੁਕ ਜਾਂਦਾ ਸੀਗਾ। ਅੱਛਾ। ਇਹ ਟਿਕਣੀ ਜੀ ਕਣਕ ਹੈ, 1.5 ਫੁੱਟ ਜਾਂ 2 ਫੁੱਟ ਦੀ ਸਾਰੀ। ਇਹ ਹਾਈਬ੍ਰਿਡ ਕਣਕ? ਇਹ ਹਾਈਬ੍ਰਿਡ ਹੈ, ਔਰ ਇਹਦੇ ਅੰਦਰ ਜਿਹੜਾ ਜੀਨਸ ਵੀ ਬਦਲ ਗਏ ਇਹਦੇ। ਅੱਛਾ ਜੀ। ਇਹਦੇ ਜੈਨੇਟਿਕਸ, ਇਹਦਾ ਸ਼ਕਲ ਕਣਕ ਦੀ ਹੈ। ਇਹ ਐਕਚੁਅਲੀ ਉਹ ਕਣਕ ਹੈ ਹੀ ਨਹੀਂ। ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿਸਾਨਾਂ ਦੇ ਰਾਹੀਂ ਉਹ ਕਣਕ ਲਿਆਉਣ ਦੀ। ਉਹ ਕਣਕ ਦਾ ਬੀਜ ਸਾਨੂੰ ਮਿਲ ਗਿਆ ਹੋਇਆ, ਅਸੀਂ ਬਿਜਵਾਈ ਵੀ ਹੈ ਕਣਕ, ਉਹ ਜੀ ਅਸਲ ਕਣਕ ਸੀਗੀ। ਜਿਵੇਂ ਇਹਨਾਂ ਨੇ ਝੋਨੇ ਤੇ ਕਣਕ ਦੇ ਨਾਅਰੇ ਨੂੰ ਹਰੀ ਕ੍ਰਾਂਤੀ ਦਾ ਨਾਅਰਾ ਦਿੱਤਾ, ਤੁਸੀਂ ਇਸ ਜਿਹੜੀ ਤੁਸੀਂ ਕ੍ਰਾਂਤੀ ਲੈ ਕੇ ਆ ਰਹੇ ਹੋ, ਇਹਨੂੰ ਕੋਈ ਨਾਅਰਾ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਸੋਚਿਆ ਕੁਛ? ਹਾਂ, ਨਹੀਂ, ਅਸੀਂ ਇਹਨੂੰ ਅਸੀਂ ਕਹਿੰਦੇ ਹਾਂ ਇਹ ਭੋਜਨ ਕ੍ਰਾਂਤੀ ਹੈ। ਭੋਜਨ ਕ੍ਰਾਂਤੀ ਹੈ ਕਿ ਭੋਜਨ ਸਾਡਾ ਖਰਾਬ ਕਰਤਾ ਖੇਤੀ ਨੇ ਕੀਤਾ ਪਹਿਲਾਂ ਤਾਂ ਜੀ। ਜਿਹੜੀ ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ ਆਈ ਕੈਮੀਕਲ ਬੇਸਡ ਖੇਤੀ ਜੀ, ਜੋ ਖਤਰਨਾਕ ਗੰਦੇ ਜ਼ਹਿਰਾਂ ਤੇ ਆਧਾਰਿਤ ਖੇਤੀ ਹੈ ਜੀ, ਉਹਨੇ ਖਰਾਬ ਕੀਤਾ ਜੀ। ਨੰਬਰ 2 ਤੇ ਫੂਡ ਇੰਡਸਟਰੀ ਨੇ ਖਰਾਬ ਕੀਤਾ ਕਿ ਪ੍ਰੋਸੈਸਿੰਗ ਕਰਕੇ ਜੀ। ਉਹਨਾਂ ਨੂੰ ਫਿਰ ਇੱਥੇ ਵੀ ਸਬਰ ਨਹੀਂ ਆਇਆ, ਆਪਣੇ ਕੈਮੀਕਲ ਵੇਚ ਕੇ ਵੀ ਉਹ ਫਿਰ ਵੀ ਖੇਤਾਂ 'ਚੋਂ ਚੱਕ ਕੇ ਅਨਾਜ ਲੈ ਜਾਂਦੇ ਆ, ਸਮਾਨ ਲੈ ਜਾਂਦੇ ਆ, ਉਹਨੂੰ ਫਿਰ ਹੋਰ ਮੋਡੀਫਾਈ ਕਰਦੇ ਆ। ਜਿਵੇਂ ਤੇਲ ਨੂੰ ਸਾਡਾ ਤੇਲ ਵੇਚ ਲੱਗ ਗਿਆ, ਸਾਨੂੰ ਕਹਿੰਦੇ ਰਿਫਾਈਨਡ ਤੇਲ ਖਾਓ। ਔਰ ਰਿਫਾਈਨਡ ਤੇਲ ਤੋਂ ਪੁੱਛੋ ਉਹਨੂੰ ਵੀ ਰਿਫਾਈਨਡ ਤੇਲ 'ਚ ਕਿਹੜੀ ਚੀਜ਼ ਵਾਧੂ ਪਾਈ ਤੇ ਕਿਹੜੀ ਮਾੜੀ ਚੀਜ਼ ਕੱਢੀ ਹੈ, ਕੋਈ ਜਵਾਬ ਨਹੀਂ। ਨਾ ਉਹਨਾਂ ਨੇ ਕੁਝ ਪਾਈ ਹੈ ਤੇ ਨਾ ਕੋਈ ਮਾੜੀ ਚੀਜ਼ ਕੱਢੀ ਹੈ, ਨਾ ਕੁਝ ਮਾੜਾ ਸੀਗਾ। ਬਸ ਉਹਨਾਂ ਨੇ ਇਸ ਢੰਗ ਨਾਲ ਬਦਲਤਾ ਕਿ ਉਹੀ ਕਰ ਸਕਦੇ ਰਿਫਾਈਨ ਨਾ, ਛੋਟਾ ਮੋਟਾ ਬੰਦਾ ਰਿਫਾਈਨ ਨਹੀਂ ਕਰ ਸਕਦਾ। ਇਸ ਕਰਕੇ ਉਹਨਾਂ ਨੇ ਇਹੋ ਜਿਹੀ ਤਕਨੀਕ ਦਾ ਇਹਨੂੰ ਸਾਡੇ ਨਜ਼ਰਾਂ 'ਚ ਐਡਾ ਵੱਡਾ ਕਰਤਾ ਕਿ ਜਿਹਨੂੰ ਸਿਰਫ ਉਹੀ ਕਰ ਸਕਦੇ ਆ। ਠੀਕ ਹੈ ਜੀ। ਤੇਲ ਤਾਂ ਅਸੀਂ ਆਪ ਵੀ ਪੈਦਾ ਕਰਨੇ, ਆਪ ਹੀ ਕੋਲੂ 'ਚ ਲਾ ਕੇ, ਸਾਡਾ ਝੋਟਾ ਲਾ ਕੇ ਕੋਲੂ ਕੱਢ ਲੈਂਦੇ ਸੀਗੇ। ਬਿਲਕੁਲ। ਸਾਡਾ ਸਭ ਤੋਂ ਸਿਹਤਮੰਦ ਤੇਲ ਸਰੋਂ ਦਾ ਤੇਲ ਸੀਗਾ। ਮਸਟਰਡ ਆਇਲ, ਠੀਕ ਹੈ ਨਾ। ਤੇ ਉਹ ਕਿਤੇ ਨਾ ਕਿਤੇ ਉਹਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕੀਤੀ ਉਹਨੇ। ਇੱਦਾਂ ਹੀ ਸਾਰੇ ਫੂਡ ਨੂੰ ਕੀਤਾ ਉਹਨੇ। ਸਾਰੇ ਫੂਡ ਨੂੰ ਡਿੱਬਾ ਬੰਦ ਕਰਤਾ, ਨਵੇਂ ਭਾਂਤ ਦੇ ਕੱਪੜੇ ਪਵਾ ਕੇ, ਨਵੇਂ ਬਿੱਲੇ ਪਾ ਕੇ, ਬੋਤਲਾਂ 'ਚ ਉਹਦੇ 'ਚ ਬੰਦ ਕਰਕੇ, ਫੂਡ ਦਾ ਸੱਤਿਆਨਾਸ਼ ਮਾਰ ਕੇ, ਉਹਦੇ 'ਚ ਗੰਦੇ ਕੈਮੀਕਲ ਪਾ ਕੇ, ਮਹਿੰਗਾ ਕਰਕੇ ਫਿਰ ਸਾਨੂੰ ਵਾਪਸ ਮੋੜ ਦਿੰਦੇ ਆ। ਇਹ ਜਿਹੜੀ ਮਾਡਰਨ ਖੇਤੀ ਹੈ ਕਣਕ ਝੋਨਾ, ਇਹ ਹੈ ਵੀ ਬੜੀ ਈਜ਼ੀ ਆ, ਤੇ ਜਿਹੜੀ ਕੁਦਰਤੀ ਖੇਤੀ ਦੀ ਤੁਸੀਂ ਗੱਲ ਕਰ ਰਹੇ ਹੋ, ਕਿੰਨੀ ਕੁ ਟਿਪੀਕਲ ਹੈ ਕਰਨ ਦੇ ਵਿੱਚ? ਨਹੀਂ, ਖੇਤੀ ਤਾਂ ਕੁਦਰਤੀ ਖੇਤੀ ਜ਼ਿਆਦਾ ਸੌਖੀ ਹੈ, ਉਹ ਸੌਖੀ ਹੈ, ਜ਼ਿਆਦਾ ਨਹੀਂ ਹੈਗੀ। ਪਰ ਹੁਣ ਕਿਉਂਕਿ ਅਸੀਂ ਖੇਤੀ ਜ਼ਮੀਨ ਖਰਾਬ ਕਰ ਲਈ ਹੈ, ਜ਼ਮੀਨ ਐਡੀ ਸਾਰੀ ਕਮਜ਼ੋਰ ਹੋ ਗਈ ਹੈ ਸਾਡੀ, ਸਾਡਾ ਕਾਰਬਨ ਕੰਟੈਂਟ ਘਟ ਗਿਆ, ਸਾਡੇ ਅੰਦਰ ਮੱਲੜ ਬਹੁਤ ਘੱਟ ਹੈ, ਦੇ ਅੰਦਰ ਆਰਗੈਨਿਕ ਮੈਟਰ ਬਹੁਤ ਘਟ ਗਿਆ। ਹੁਣ ਖੇਤੀ ਖੋਖਲੀ ਹੋ ਗਈ ਹੈ। ਜਿੱਦਾਂ ਫੀਮ 'ਚ ਹੀ ਬੰਦਾ ਫੀਮ ਤੇ ਲੱਗਿਆ ਹੁੰਦਾ, ਉਹਦਾ ਸਾਡੀ ਜ਼ਮੀਨ ਲੱਗ ਗਈ ਹੈ, ਤਾਂ ਉਸ ਕਰਕੇ ਸਾਨੂੰ ਔਖੀ ਲੱਗ ਰਹੀ ਹੈ। ਫਿਰ ਮਿਲਟਸ ਜਿਹੜੇ ਨੇ ਉਹ ਤੇ ਬੰਜਰ ਜ਼ਮੀਨ 'ਚ ਵੀ ਹੋ ਜਾਂਦੇ ਨੇ। ਮਿਲਟਸ ਤਾਂ ਫਿਰ ਇੱਧਰ ਅਜੇ ਬੀਜ ਨਹੀਂ ਰਿਹਾ ਨਾ, ਉਹ ਐਤਕੀ ਲਵਾਇਆ ਸੀ ਅਸੀਂ 2,500-3,000 ਕਿਸਾਨਾਂ ਨੂੰ ਲਵਾਇਆ ਸੀ। ਅਗਲੇ ਸਾਲ ਸਾਡੀ ਪਲੈਨਿੰਗ ਅਸੀਂ 2.5-3 ਲੱਖ ਨੂੰ ਲਵਾਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਧਾਰਮਿਕ ਹਸਤੀਆਂ ਨੂੰ ਮਿਲੀਏ,
ਜਿਹੜੇ ਸਾਡੇ ਮਹਾਂਪੁਰਸ਼ ਨੇ ਜਿਨ੍ਹਾਂ ਦੀ ਗੱਲ ਲੋਕ ਸੁਣਦੇ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਤੱਕ ਪਹੁੰਚ ਕਰੀਏ। SGPC ਤੱਕ ਪਹੁੰਚ ਕੀਤੀ, ਅਸੀਂ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਹੈ। ਮੈਂ ਢੱਡੇ ਵਾਲੇ ਸੰਤਾਂ ਕੋਲ ਵੀ ਅਸੀਂ ਮੈਸੇਜ ਭੇਜਿਆ ਕਿ ਤੁਸੀਂ ਆਪਣੇ ਬਚਨਾਂ 'ਚੋਂ ਕਹੋ ਕਿ ਆਹ ਦਲੀਲਾਂ ਨੇ ਉਹਦੀਆਂ, ਆਹ ਖੋਜਾਂ ਨੇ ਕਿ ਜੇ ਆਪਾਂ ਸਿਹਤਮੰਦ ਹੋਣਾ ਤਾਂ ਆਪਾਂ ਨੂੰ ਮੂਲ ਅਨਾਜਾਂ ਵੱਲ ਆਉਣਾ ਪਏਗਾ। ਔਰ ਦੂਜੀ ਗੱਲ ਜਿਹੜੀ ਹੈ ਕੁਦਰਤੀ ਭੋਜਨ ਜਿਹੜੇ ਨੇ ਉਹਨਾਂ ਵੱਲ ਆਉਣਾ ਪਏਗਾ। ਜਿੱਦਾਂ ਵਾਇਰਸਸ ਦੁਨੀਆ ਨੂੰ ਇਨਫੈਕਟਡ ਕਰ ਰਹੇ ਨੇ, ਇਮਿਊਨ ਸਿਸਟਮ ਥੱਲੇ ਜਾ ਰਿਹਾ, ਇਹ ਮਿਲਟਸ ਕਿੰਨੇ ਕੁ ਪਾਵਰਫੁਲ ਨੇ, ਕਿੰਨੇ ਕੁ ਇਮਿਊਨਿਟੀ ਨੂੰ ਅਪ ਕਰਦੇ ਨੇ? ਇਹ ਜਿਹੜੀ ਕੋਈ ਵੀ ਕੁਦਰਤੀ ਭੋਜਨ ਹੈ ਨੇਚੁਰਲ ਭੋਜਨ ਹੈ, ਉਹਨੂੰ ਅਪ ਕਰਦਾ, ਚਾਹੇ ਉਹ ਫਲ ਨੇ, ਸਬਜ਼ੀਆਂ ਨੇ, ਅਨਾਜ ਨੇ, ਫੂਲ ਖਾਈਏ, ਨਟਸ ਨੇ, ਡਰਾਈ ਫਰੂਟਸ ਕਹਿੰਦੇ ਜਿਹਨੂੰ ਆਪਾਂ, ਜਾਂ ਅਨਾਜ ਨੇ, ਇਹ ਸਾਰੇ ਕਿਤੇ ਨਾ ਕਿਤੇ ਸਾਨੂੰ ਮਜ਼ਬੂਤ ਕਰਦੇ ਆ। ਕਮਜ਼ੋਰ ਕਰਨ ਵਾਲੀਆਂ 4 ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਮਨਾ ਕਰ ਰਹੇ ਹਾਂ। ਉਹਦੇ 'ਚ 2 ਚੀਜ਼ਾਂ ਤਾਂ ਨੇ, ਇੱਕ ਤਾਂ ਦੁੱਧ ਹੈ ਤੇ ਨਾਨ ਵੈਜੀਟੇਰੀਅਨ ਫੂਡ ਹੈ, ਯਾਨੀ ਕਿ ਐਨੀਮਲ ਫੂਡ, ਕਿ ਸਰੀਰ ਨੂੰ ਕਿਸੇ ਵੀ ਜਾਨਵਰ ਦੇ ਭੋਜਨ ਦੀ ਜ਼ਰੂਰਤ ਨਹੀਂ ਹੈ। ਸਰੀਰ ਸਿਰਫ ਪੌਦਿਆਂ ਦੇ ਭੋਜਨ ਤੇ ਬਹੁਤ ਵਧੀਆ ਸੰਤੁਲਿਤ ਢੰਗ ਨਾਲ ਪਲ ਸਕਦਾ ਜੀ। ਪਰ ਦੂਸਰੇ ਪਾਸੇ ਦਾਅਵਾ ਕੀਤਾ ਜਾਂਦਾ ਕਿ ਹਿਊਮਨ ਬੋਡੀ ਜਿਹੜੀ ਆ ਉਹ ਸਬਜ਼ੀ ਪਚਾਉਣ ਦੇ ਵਿੱਚ ਵੈਜੀਟੇਰੀਅਨ ਬੋਡੀ ਵੀ ਹੈ ਤੇ ਨਾਨ ਵੈਜੀਟੇਰੀਅਨ ਬੋਡੀ ਵੀ ਹੈ, ਕਿ ਵੈਜ ਫੂਡ ਵੀ ਪਚਾ ਸਕਦੀ ਹੈ ਤੇ ਨਾਨ ਵੈਜ ਵੀ ਪਚਾ ਸਕਦੀ। ਉਹਦੇ ਬਾਰੇ ਨਹੀਂ, ਬਹੁਤੀਆਂ ਖੋਜਾਂ ਇਹ ਪ੍ਰੂਵ ਕਰ ਰਹੀਆਂ ਨੇ ਕਿ ਨਾਨ ਵੈਜੀਟੇਰੀਅਨ ਖਾਣਾ ਖਾ ਕੇ ਬਿਮਾਰ ਹੁੰਦਾ ਬੰਦਾ। ਠੀਕ ਹੈ ਜੀ। ਨਾਨ ਵੈਜ ਚਾਹੇ ਉਹ ਦੁੱਧ ਹੈ, ਚਾਹੇ ਉਹ ਮੀਟ ਹੈ, ਚਾਹੇ ਉਹ ਈਵਨ ਮੱਛੀ ਬਾਰੇ ਵੀ ਆ ਗਿਆ। ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ ਮੱਛੀ ਬਹੁਤ ਸੌਖੀ ਹੈ ਪਚਾਉਣੀ ਔਰ ਬਹੁਤ ਸਿਹਤਮੰਦ ਹੈ, ਈਵਨ ਮੱਛੀ ਦੇ ਖੋਜਾਂ ਆ ਗਈਆਂ ਕਿ ਮੱਛੀ ਵੀ ਘੱਟ ਹਾਰਮਫੁਲ ਨਹੀਂ ਹੈ। ਤਾਂ ਜਿਹੜਾ ਨਾਨ ਵੈਜੀਟੇਰੀਅਨ ਫੂਡ ਹੈ ਉਹ ਬਿਮਾਰ ਕਰਦਾ, ਜਿਹੜਾ ਵੈਜੀਟੇਰੀਅਨ ਫੂਡ ਹੈ, ਪਲਾਂਟ ਬੇਸਡ ਫੂਡ ਹੈ, ਉਹ ਠੀਕ ਕਰਦਾ। ਜਿਹੜੇ ਫੂਡ ਸਪਲੀਮੈਂਟ ਹੈ ਜਿਵੇਂ ਐਮਵੇ ਦੂਸਰੇ, ਇਹਨਾਂ ਦੇ ਵਿੱਚ ਇੱਕ ਸੈਲਮਨ ਫਿਸ਼ ਆਇਲ, ਜਿਹੜੇ ਜਿਹਨੂੰ ਓਮੇਗਾ ਰਿਚ ਬੋਲਦੇ ਆ, ਸੈਲਮਨ ਫਿਸ਼ ਆਇਲ ਦੇ ਕੈਪਸੂਲ ਯੂਜ਼ ਕਰਦੇ, ਉਹਦਾ ਕੀ ਹੈਗਾ? ਦੇਖੋ, ਸਾਰੀਆਂ ਜਿਹੜੀਆਂ ਖੋਜਾਂ ਇਹ ਕਹਿ ਰਹੀਆਂ ਨੇ ਕਿ ਫੂਡ ਨੂੰ ਤੁਸੀਂ ਐਜ਼ ਸਪਲੀਮੈਂਟ ਦਿੰਦੇ ਆ ਤਾਂ ਯੂਜ਼ਲੈਸ ਨੇ, ਨਾਟ ਓਨਲੀ ਯੂਜ਼ਲੈਸ ਨੇ, ਹਾਰਮਫੁਲ ਨੇ। ਬਹੁਤ ਵਾਰੀ ਇਹ ਸਿੱਧ ਹੋ ਗਿਆ ਕਿ ਗਾਜਰ ਦਾ ਵਿਟਾਮਿਨ ਈ ਇਹ ਜਿਹੜਾ ਉਹ ਕੈਂਸਰ ਰੋਕਦਾ, ਵਿਟਾਮਿਨ ਏ ਦੀ ਗੋਲੀ ਕੈਂਸਰ ਕਰਦੀ ਹੈ। ਅੱਛਾ ਜੀ। ਸੇਮ ਵਿਟਾਮਿਨ ਈ ਬਾਰੇ ਹੈ ਜੀ। ਪੱਤਿਆਂ ਚੋਂ ਲਿਆ ਵਿਟਾਮਿਨ ਈ ਜਿਹੜਾ ਉਹ ਦਿਲ ਨੂੰ ਸਟਰੋਂਗ ਕਰਦਾ ਹੈ, ਹਾਰਟ ਨੂੰ ਸਟਰੋਂਗ ਕਰਦਾ ਹੈ। ਜੇ ਤੁਸੀਂ ਈ ਦਾ ਕੈਪਸੂਲ ਖਾਣੇ ਤਾਂ ਹਾਰਟ ਨੂੰ ਮਜ਼ਬੂਤ ਕਮਜ਼ੋਰ ਕਰਦਾ। ਤਾਂ ਇਸ ਕਰਕੇ ਜਿਹੜੇ ਕਿਉਂਕਿ ਕੁਦਰਤ ਜਿਹੜੇ ਜਿਸ ਤਰ੍ਹਾਂ ਭੋਜਨ ਹੈਗਾ ਉਹ ਬੈਲੈਂਸਡ ਹੈ। ਇੱਕ ਭੋਜਨ ਨੂੰ ਹਜਮ ਕਰਨ ਲਈ 10 ਭੋਜਨ ਕੁਦਰਤ ਦੇ ਨਾਲ ਹੋਰ ਪਾਏ ਹੋਏ ਆ। ਆਰਟੀਫੀਸ਼ੀਅਲ ਵਿਟਾਮਿਨਸ ਜਿਹੜੇ ਨੇ ਉਹ ਹਾਰਮਫੁਲ ਨੇ। ਤਾਂ ਜੋ ਐਮਵੇ ਸਾਰਾ ਫਰਾਡ ਹੈ। ਇੱਕ ਤਰ੍ਹਾਂ ਦਾ ਧੰਦਾ ਇਹ ਲੁੱਟ ਹੈ ਭੋਜਨ ਦੇ ਨਾਂ ਤੇ। ਭੋਜਨ ਤੇ ਇਸ ਵੇਲੇ ਸਾਰੀ ਲੁੱਟ ਜਿਹੜੀ ਹੈ ਪਾਣੀ ਦੇ ਨਾਂ ਤੇ ਵੀ ਲੁੱਟ ਹੋ ਰਹੀ ਹੈ, ਭੋਜਨ ਦੇ ਨਾਂ ਤੇ ਵੀ ਲੁੱਟ ਹੋ ਰਹੀ ਹੈ। ਉਹ ਲੁੱਟ ਸੁੱਟ ਜ਼ਿਆਦਾ ਹੈ। ਭੋਜਨ ਕੁਦਰਤੀ ਭੋਜਨ ਜਿਹੜੇ ਨੇ ਐਜ਼ ਇਟ ਇਜ਼ ਇਨ ਦਾ ਨੇਚਰ, ਹੋਲ ਫੂਡ, ਉਹ ਜਿਹੜਾ ਸਲੋਗਨ ਹੈ ਪਲਾਂਟ ਬੇਸਡ ਹੋਲ ਫੂਡ, ਪੌਦਿਆਂ ਤੇ ਆਧਾਰਿਤ ਹੋਲ ਫੂਡ ਦਾ ਮਤਲਬ ਜਿੱਦਾਂ ਕੁਦਰਤ 'ਚ ਪੈਦਾ ਹੁੰਦਾ। ਤਾਂ ਚਾਹੀਦਾ ਸਾਨੂੰ ਇਹ ਕਿ ਕਿਸਾਨ ਜਿੱਦਾਂ ਪੈਦਾ ਕਰ ਰਿਹਾ, ਕੁਦਰਤ 'ਚ ਜਿੱਦਾਂ ਪੈਦਾ ਹੋ ਰਿਹਾ, ਉੱਦਾਂ ਹੀ ਇਹਨੂੰ ਵਰਤੀਏ। ਤੇ ਜਿੰਨਾ ਕੁ ਭੋਜਨ ਪਕਾਉਣ ਦੀ ਲੋੜ ਵੀ ਪੈਂਦੀ ਹੈ, ਉਹਨੂੰ ਘੱਟੋ ਘੱਟ ਐਸੇ ਢੰਗ ਨਾਲ ਪਕਾਈਏ ਜਿਹੜਾ ਕਿ ਭੋਜਨ ਨੂੰ ਕੋਈ ਨੁਕਸਾਨ ਨਾ ਕਰੇ ਜਾਂ ਘੱਟ ਤੋਂ ਘੱਟ ਨੁਕਸਾਨ ਕਰੇ। ਸੋ ਸਾਡੀ ਜਿਹੜੀ ਤਰਾਸਦੀ ਇਹ ਹੈ ਕਿ ਅਸੀਂ ਸਾਡੇ ਕੋਲੇ ਜਿਹੜੇ ਭੋਜਨ ਪਹੁੰਚ ਰਹੇ ਆ ਉਹ ਖੇਤੀ ਤਾਂ ਪਹਿਲਾਂ ਕੈਮੀਕਲ ਹੈ ਹੀ ਹੈ, ਉੱਥੇ ਜ਼ਹਿਰ ਪੈ ਜਾਂਦੇ ਆ, ਫਿਰ ਉਹ ਫੂਡ ਇੰਡਸਟਰੀ ਵਾਲੇ ਨੂੰ ਹੋਰ ਡੱਬਾ ਬੰਦ ਕਰਕੇ ਹੋਰ ਜ਼ਹਿਰ ਪਾ ਦਿੰਦੇ ਆ। ਤੁਸੀਂ ਇਮੈਜਿਨ ਕਰੋ ਵੀ ਰਾਜਮਾ, ਜਿਹੜੇ ਬਣੇ ਹੋਏ ਰਾਜਮਾ, ਰੈਡੀ ਟੂ ਯੂਜ਼ ਰਾਜਮਾ 'ਚ 2 ਸਾਲ ਦੀ ਸ਼ੈਲਫ ਲਾਈਫ ਹੈ, ਯਾਨੀ ਕਿ ਉਹਦੇ ਉੱਪਰ ਲਿਖਿਆ ਹੋਇਆ 2 ਸਾਲ ਤੱਕ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ। ਤੁਸੀਂ ਇਮੈਜਿਨ ਕਰੋ ਵੀ ਗਲੇ ਹੋਏ ਰਿੱਝੇ ਹੋਏ ਰਾਜਮਾ 2 ਸਾਲ ਜਿਹੜੇ ਵਰਤੇ ਬਾਅਦ ਵੀ ਵਰਤੇ ਜਾਣਗੇ ਤਾਂ ਕੀ ਹੋਣਗੇ ਤੇ ਕੀ ਭੋਜਨ ਹੋਏਗਾ ਉਹਨਾਂ 'ਚ। ਜਿਹੜਾ ਭੋਜਨ 'ਚ ਗੁਣ ਕੀ ਚਾਹੀਦਾ, ਭੋਜਨ ਦੇ ਹਜਮ ਹੋਣਾ, ਟੁੱਟਣਾ, ਗਲਣਾ। ਤੇ ਜਿਹੜਾ ਗਲਿਆ ਹੀ ਨਹੀਂ ਉਹ ਕਾਹਦਾ ਭੋਜਨ ਹੈ? ਤੋ ਇਸ ਕਰਕੇ ਤੁਸੀਂ ਇੱਕ ਉਦਾਹਰਨ ਤੋਂ ਲੈ ਸਕਦੇ ਵੀ ਮੈਂ ਰਾਜਮਾ ਦਾ ਡੱਬਾ ਦੇਖਿਆ, ਬਣੇ ਹੋਏ ਰਾਜਮਾ ਜਿਹੜੇ ਕਿ ਗਰਮ ਕਰਕੇ ਖਾਣੇ ਆ, ਉਹਦੇ ਉੱਪਰ ਲਿਖਿਆ ਹੋਇਆ 2 ਸਾਲ, ਉਹਦੀ ਐਕਸਪਾਇਰੀ ਡੇਟ 2 ਸਾਲ ਹੈ। ਤਾਂ ਇਹ ਇਹ ਕੀ ਹੈ, ਜਿਹੜੀ ਕੈਮੀਕਲ ਇੰਡਸਟਰੀ ਹੈ, ਐਗਰੋ ਇੰਡਸਟਰੀ ਹੈ, ਫਿਰ ਜਿਹੜੀ ਹੈਗੀ ਤੁਹਾਡੀ ਫੂਡ ਇੰਡਸਟਰੀ ਹੈ ਜਿਹੜੀ ਪ੍ਰੋਸੈਸਿੰਗ ਕਰਦੀ ਹੈ, ਤੇ ਤੀਜੀ ਆ ਗਈ ਫਾਰਮਾ ਇੰਡਸਟਰੀ। ਇਹ ਤਿੰਨੋਂ ਇੰਡਸਟਰੀਆਂ ਰਲ ਕੇ ਸਾਡੀ ਸਿਹਤ ਦਾ ਸੱਤਿਆਨਾਸ਼ ਮਾਰ ਰਹੀਆਂ ਨੇ। ਸੋ ਤਿੰਨੋਂ ਇੰਡਸਟਰੀਆਂ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈ, ਬਹੁਤ ਮਿਨੀਮਮ ਜੀ ਇਹਨਾਂ ਦੀ ਜ਼ਰੂਰਤ ਹੈ। ਇਹਨਾਂ ਦਾ 80-90% ਰੋਲ ਜਿਹੜਾ ਉਹ ਇਹਨਾਂ ਨੇ ਧੱਕੇ ਨਾਲ ਗ੍ਰੈਬ ਕਰ ਰੱਖਿਆ ਤੇ ਉਹਦੇ ਨਾਲ ਸਾਨੂੰ ਜਿੱਥੇ ਲੁੱਟ ਰਹੇ ਆ ਆਰਥਿਕ ਤੌਰ ਤੇ, ਉੱਥੇ ਬਿਮਾਰ ਵੀ ਕਰ ਰਹੇ ਆ। ਬਹੁਤ ਵਧੀਆ ਡਾਕਟਰ ਸਾਹਿਬ। ਅਖੀਰ ਦੇ ਉੱਤੇ ਮੈਂ ਦੋਨਾਂ ਵਿਸ਼ਿਆਂ ਨੂੰ ਹੀ ਕੋਰਿਲੇਟ ਕਰਨਾ ਚਾਹੁੰਦਾ ਕਿ ਤੁਸੀਂ ਅਖੀਰ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਪੂਰੀ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਰੋਨਾ ਵਾਇਰਸ ਤੋਂ ਕਿੰਨਾ ਡਰਨਾ ਚਾਹੀਦਾ ਹੈ, ਤੇ ਜਿਹੜੀ ਤੁਸੀਂ ਕੁਦਰਤੀ ਖੇਤੀ ਦੀ ਗੱਲ ਕਰ ਰਹੇ ਹੋ ਉਹਦੇ ਨਾਲ ਕਿਸ ਤਰ੍ਹਾਂ ਜੁੜਨਾ ਚਾਹੀਦਾ ਹੈ, ਤੇ ਕਿਵੇਂ ਆਪਣੀ ਫਿਜ਼ੀਕਲ ਫਿਟਨੈਸ ਤੇ ਮੈਂਟਲੀ ਪ੍ਰਪੇਅਰਨੈਸ ਜਿਹੜੀ ਆ ਉਹ
ਪ੍ਰਪੇਅਰਿੰਗ ਜਿਹੜੀ ਹੈਗੀ ਉਹ ਕਿੱਦਾਂ ਕਰਨੀ ਚਾਹੀਦੀ ਹੈ? ਆਖੀਰ ਦੇ ਉੱਤੇ ਕੁਝ ਸ਼ਬਦ ਜਿਹੜੇ ਉਹ ਸਾਡੇ ਦੇਖੋ, ਦਰਸ਼ਕਾਂ ਅਸੀਂ ਖੁਸ਼ਕਿਸਮਤ ਹਾਂ ਕਿ ਅਜੇ ਅਸੀਂ ਸਾਡੇ ਕੋਲ ਜਿਹੜਾ ਪੁਰਾਣਾ ਸੱਭਿਆਚਾਰ ਸੀ ਉਹ ਅਸੀਂ ਕੁੱਲ ਪੂਰੀ ਤਰ੍ਹਾਂ ਉਹਨੂੰ ਸਾਡੇ ਹੱਥੋਂ ਗਿਆ ਨਹੀਂ। ਉਹ ਜੀ ਅਮਰੀਕਾ ਵਰਗੇ ਮੁਲਕਾਂ 'ਚ ਉਸ ਤੋਂ ਵੀ ਜ਼ਿਆਦਾ ਗਿਆ, ਉਹਨਾਂ ਦਾ ਬੇੜਾ ਗਰਕ ਹੋ ਗਿਆ ਕਿਉਂਕਿ ਸਾਰਾ ਕੁਝ ਕੰਪਨੀਆਂ ਨੇ ਕਬਜ਼ਾ ਕਰ ਲਿਆ। ਅਸੀਂ ਆਪਣਾ ਜੋ ਬਚਿਆ ਉਹਨੂੰ ਬਚਾਈਏ ਜੀ ਤੇ ਆਪਣੀ ਕਿਸਾਨੀ ਨੂੰ, ਆਪਣੇ ਕਿਸਾਨਾਂ ਨੂੰ ਮਜ਼ਬੂਤ ਕਰੀਏ, ਜੀ ਆਪਣੀ ਮਿੱਟੀ ਨੂੰ ਬਚਾਈਏ, ਆਪਣੇ ਪਾਣੀ ਨੂੰ ਬਚਾਈਏ, ਕੁਦਰਤੀ ਸਰੋਤਾਂ ਨੂੰ ਬਚਾਈਏ ਜੀ ਔਰ ਵਧੀਆ ਢੰਗ ਦੇ ਨਾਲ ਬਿਨਾਂ ਕੈਮੀਕਲ ਦੇ ਪਹਿਲਾਂ ਪੈਦਾ ਕਰੀਏ, ਜੀ ਬਿਨਾਂ ਪ੍ਰੋਸੈਸਿੰਗ ਤੋਂ ਆਪਣੇ ਖਾਈਏ, ਯਾਨੀ ਕਿ ਕਿਸਾਨਾਂ ਤੋਂ ਸਿੱਧਾ ਖਾਈਏ। ਜੀ ਸਾਨੂੰ ਫੂਡ ਇੰਡਸਟਰੀ ਦੀ ਜ਼ਰੂਰਤ ਨਹੀਂ ਹੈ, ਜੀ ਅਸੀਂ ਆਪ ਖਾਈਏ। ਜਿੰਨੀ ਕੁ ਪ੍ਰੋਸੈਸਿੰਗ ਦੀ ਲੋੜ ਹੈ, ਕਿਸੇ ਦੁੱਧ ਤੋਂ ਮੱਖਣ ਬਣਾਉਣਾ ਹੈ ਜਾਂ ਆਟੇ ਤੋਂ ਕਣਕ ਤੋਂ ਆਟਾ ਬਣਾਉਣਾ ਹੈ ਜਾਂ ਕੋਈ ਮੈਦਾ ਬਣਾਉਣਾ ਹੈ ਜਾਂ ਚੌਲਾਂ ਨੂੰ ਕੋਈ ਹੋਰ ਮਾੜੀ ਮੋਟੀ ਪ੍ਰੋਸੈਸਿੰਗ ਜਿਹੜੀ ਕਰਨੀ ਅਸੀਂ ਆਪ ਕਰ ਸਕਦੇ ਹਾਂ। ਸਾਨੂੰ ਕਿਸੇ ਵੱਡੀ ਲੰਬੀ ਚੌੜੀ ਇੰਡਸਟਰੀ ਦੀ ਲੋੜ ਨਹੀਂ ਹੈ। ਸੋ ਸਿੱਧਾ ਕਿਸਾਨ ਤੋਂ ਲਈਏ ਜਾਂ ਵਿੱਚ ਵਿਚਾਲੇ ਛੋਟਾ ਮੋਟਾ ਜਿਹੜਾ ਕੋਈ ਮਜ਼ਦੂਰ ਹੈ ਕੋਈ ਛੋਟਾ, ਉਹ ਤੋਂ ਲਈਏ, ਜੀ ਇੰਡਸਟਰੀ ਨੂੰ ਮਾਈਨਸ ਕਰੀਏ, ਆਪਣੀ ਰਸੋਈ ਨੂੰ ਇਸ ਢੰਗ ਦਾ ਚਲਾਈਏ ਕਿ ਇਹਦੇ ਅੰਦਰ ਕੋਈ ਅਸੀਂ ਜਿਹੜੀ ਭੋਜਨ ਨੂੰ ਇਸ ਢੰਗ ਨਾਲ ਛੇੜਛਾੜ ਨਾ ਕਰੀਏ। ਬਿਲਕੁਲ ਅੱਗ ਦੇ ਉੱਪਰ ਸਿੱਧਾ ਪਕਾਉਣਾ, ਜੀ ਕੁੱਕਰ ਦਾ ਇਸਤੇਮਾਲ, ਮਾਈਕ੍ਰੋਵੇਵ ਦਾ ਇਸਤੇਮਾਲ ਜਾਂ ਭਾਂਡੇ ਜਿਹੜੇ ਐਲੂਮੀਨੀਅਮ ਦਾ ਯੂਜ਼ ਕਰ ਰਹੇ ਆ ਜਾਂ ਨੌਨ ਸਟਿਕ, ਸੋ ਉਹ ਸਾਰੇ ਪ੍ਰੋਸੈਸ ਨੂੰ ਆਪਾਂ ਕਰਕੇ ਘੱਟ ਤੋਂ ਘੱਟ ਉਹਨੂੰ ਨੁਕਸਾਨ ਪਹੁੰਚਾ ਕੇ ਉਹਨੂੰ ਜੇਕਰ ਉਹ ਭੋਜਨ ਖਾਵਾਂਗੇ ਤਾਂ ਸਾਡੀ ਇਮਿਊਨਿਟੀ ਇੰਨੀ ਕੁ ਸਟਰੋਂਗ ਰਹੇਗੀ ਕਿ ਕੁਦਰਤ ਆਲਰੇਡੀ ਸਾਨੂੰ ਬਚਾਉਂਦੀ ਹੁੰਦੀ ਹੈ। ਸਾਡੇ ਅੰਦਰ ਪ੍ਰਮਾਤਮਾ ਨੇ ਉਹ ਸ਼ਕਤੀ ਦਿੱਤੀ ਹੈ ਜਿਹੜੀ 125 ਸਾਲ ਲਈ ਸਾਡਾ ਸਰੀਰ ਬਣਿਆ ਹੋਇਆ। ਵਿਗਿਆਨ ਨੇ ਇਸ ਗੱਲ ਨੂੰ ਅਸੈਪਟ ਕਰ ਲਿਆ ਕਿ ਅਸੀਂ 125 ਸਾਲ ਲਈ ਸਾਡਾ ਸਰੀਰ ਪੂਰਾ ਕਾਇਮ, ਬਿਨਾਂ ਕਿਸੇ ਬਿਮਾਰੀ ਤੋਂ, ਬਿਨਾਂ ਕਿਸੇ ਦਵਾਈ ਤੋਂ, ਬਿਨਾਂ ਕਿਸੇ ਡਾਕਟਰੀ ਮਦਦ ਤੋਂ ਐਕਟਿਵ ਰਹਿ ਸਕਦਾ। ਤੇ ਕੁਦਰਤ ਉਹਨੂੰ ਸਾਨੂੰ 125 ਸਾਲ ਤੱਕ ਲਿਜਾਣ ਲਈ ਪੂਰੀ ਤਰ੍ਹਾਂ ਪਹਿਲਾਂ ਯਤਨਸ਼ੀਲ ਹੈ। ਪਰ ਕਰੋਨਾ ਤਾਂ ਉਹ ਕਹਿ ਰਿਹਾ ਕਿ ਬਸ ਕੁਛ ਇਹ ਝੂਠ ਤੇ ਦਾ ਕਾਫੀ ਇਹਦੇ ਚ ਪੂਰਾ ਹੀ ਝੂਠ ਹੈ ਇਹ। ਜੇ ਅਸੀਂ ਆਪਣਾ ਭੋਜਨ ਠੀਕ ਕਰ ਲਈਏ, ਆਪਣੇ ਦਵਾ ਪੌਦੇ ਨਾਲ ਲਾ ਲਈਏ, ਕੋਈ ਬਿਮਾਰੀ ਸਾਡਾ ਕੁਝ ਨਹੀਂ ਵਿਗਾੜ ਸਕਦੀ, ਕੋਈ ਕਰੋਨਾ ਕੁਝ ਨਹੀਂ ਵਿਗਾੜ ਸਕਦੀ, ਨਾ ਕਿਸੇ ਤੋਂ ਡਰਨ ਦੀ ਲੋੜ ਹੈ। ਜੀ ਕਿਸੇ ਕਰੋਨਾ ਤੋਂ, ਕਿਸੇ ਵੀ ਵਾਇਰਸ ਤੋਂ ਡਰਨ ਦੀ ਲੋੜ ਨਹੀਂ। ਕਰੋਨਾ ਕੋਈ ਹੋਊਗਾ ਨਹੀਂ ਹੈ, ਉਹ ਜੋ ਬਾਕੀ ਵਾਇਰਸ ਜੋ ਹੋਈਆਂ ਸੀਗੀਆਂ ਉਹ ਜੀ ਇਹ ਹੈ। ਇਸ ਕਰਕੇ ਡਰ ਡੁਰ ਵਾਲੀ ਗੱਲ ਨੂੰ ਕੱਢ ਕੇ ਆਪਣੀ ਜ਼ਿੰਦਗੀ ਨੂੰ ਨਾਰਮਲ ਕਰੀਏ, ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਕੁਝ ਚਾਲਾਂ ਚੱਲ ਰਿਹਾ। ਸਾਡੇ ਆਲੇ ਦੁਆਲੇ ਮਿਸ ਇਨਫੋਰਮੇਸ਼ਨ ਦਾ ਜਿਹਨੂੰ ਕਹਿੰਦੇ ਤੂਫਾਨ ਆਇਆ ਹੋਇਆ। ਸਾਡੇ ਆਲੇ ਦੁਆਲੇ ਬਾਹਰ ਲੱਗਿਆ ਝੂਠ ਦੇ ਪਲੰਦਿਆਂ ਦਾ। ਉਹ ਟੀਵੀ ਰਾਹੀਂ ਖਾਸ ਤੌਰ ਤੇ ਟੀਵੀ ਚੈਨਲਾਂ ਜਿਹੜੀਆਂ ਨੇ ਮੁੱਖ ਤੌਰ ਤੇ, ਬਾਕੀ ਜਿਹੜਾ ਪ੍ਰਿੰਟ ਮੀਡੀਆ ਹੈ ਸਾਰਾ ਕਿਤੇ ਨਾ ਕਿਤੇ ਝੂਠ ਦਾ ਪਸਾਰ ਹੈ। ਉਹ ਲਗਾਤਾਰ ਝੂਠ ਦੀ ਜਿਹਨੂੰ ਕਹਿੰਦੇ ਵਿਛਾੜ ਕਰਦੇ ਰਹਿੰਦੇ ਸਾਡੇ ਤੇ। ਮੀਡੀਆ ਵੀ ਸਹੀ ਰੋਲ ਨਹੀਂ, ਮੀਡੀਆ ਦਾ ਰੋਲ ਤਾਂ ਬਹੁਤ ਹੀ ਮਾੜਾ ਹੈ। ਜਿਹੜਾ ਮੁੱਖ ਧਾਰਾ ਮੀਡੀਆ ਹੈ, ਮੁੱਖ ਧਾਰਾ ਮੀਡੀਆ ਉਹਨੂੰ ਉਹਨਾਂ ਹੀ ਕੰਪਨੀਆਂ ਨੇ ਖਰੀਦ ਲਿਆ, ਜਿਹੜੇ ਕੰਪਨੀਆਂ ਸਾਰਾ ਕੁਝ ਕਰਦੀਆਂ ਨੇ ਉਹਨਾਂ ਨੇ ਡਾਇਰੈਕਟਲੀ ਖਰੀਦਿਆ ਹੋਇਆ। ਤਾਂ ਉਹ ਬਹੁਤ ਹੀ ਮਾੜਾ ਰੋਲ ਹੈ ਉਹਨਾਂ ਦਾ। ਉਹਨਾਂ ਦਾ ਜਿਹੜਾ ਮੈਂ ਸਮਝਦਾ ਕਿ ਉਹਨਾਂ ਚੈਨਲਾਂ ਦਾ, ਉਹਨਾਂ ਜਿਹੜਾ ਚੀਜ਼ਾਂ ਦਾ ਤਾਂ ਬਾਈਕਾਟ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਵੇਲੇ ਸਿਰ ਲੋਕਾਂ ਨੂੰ ਗਾਈਡ ਨਹੀਂ ਕੀਤਾ, ਉਲਟਾ ਮਿਸਗਾਈਡ ਕੀਤਾ। ਤੇ ਇਸ ਕਰਕੇ ਆਪਾਂ ਨੂੰ ਆਪਣੇ ਜਿਹੜੀਆਂ ਪੁਰਾਣੀ ਆਪਣੀ ਲਾਈਫ ਸੀਗੀ, ਜੀਵਨ ਸੀਗਾ, ਸਮਾਜ ਦਾ ਪਿੰਡ ਬੇਸਡ, ਮੁਹੱਲਾ ਬੇਸਡ, ਸੱਥ ਬੇਸਡ, ਆਪਣਾ ਕਮਿਊਨਿਟੀ ਬੇਸਡ ਭਾਈਚਾਰਾ, ਉਹਨੂੰ ਮਜ਼ਬੂਤ ਕਰੀਏ, ਉਹ 'ਚ ਬੈਠ ਕੇ ਆਪਣੇ ਸਿਰ ਜੋੜੀਏ, ਵਿਚਾਰਾਂ ਕਰੀਏ, ਖੁਸ਼ ਰਹੀਏ, ਇੱਕ ਦੂਜੇ ਦੀ ਮਦਦ ਕਰੀਏ ਔਰ ਉਸ ਸਾਰੇ ਸੰਕਟ 'ਚੋਂ ਬਚਣ ਲਈ ਉੱਥੋਂ ਹੀ ਹੱਲ ਨਿਕਲਣਗੇ। ਕਿਸਾਨੀ ਸਾਡੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿ ਕਿਸਾਨ ਨੂੰ ਅਸੀਂ ਮਰਨ ਨਾ ਦਈਏ। ਜੇ ਸਾਡਾ ਕਿਸਾਨ ਬਚ ਗਿਆ, ਸਾਡੀ ਖੇਤੀ ਬਚ ਗਈ, ਫਿਰ ਅਸੀਂ ਕਦੇ ਨਹੀਂ ਮਰਦੇ। ਪੰਜਾਬ ਜਿਹੜਾ ਉਹ ਖੇਤੀ ਤੇ ਖੜਾ ਜੀ, ਮਿੱਟੀ ਤੇ ਖੜਾ ਹੈ। ਕੋਈ ਸਾਡੀ ਸੱਭਿਅਤਾ ਜਿਹੜੀ ਸਾਰੀ ਖੇਤੀ ਤੇ ਖੜੀ ਸੀ, ਅੱਜ ਵੀ ਉਹ ਖੇਤੀ ਤੇ ਹੀ ਖੜੀ ਰਹਿ ਸਕਦੀ ਹੈ। ਤਾਂ ਖੇਤੀ ਨੂੰ ਬਚਾਉਣਾ ਤੇ ਕਿਸਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਤੇ ਜੇ ਸਾਰਾ ਸਮਾਜ ਇਕੱਠਾ ਹੋ ਜੇ ਤਾਂ ਅੱਜ ਵੀ ਸਾਡਾ ਕੋਈ ਕੁਝ ਨਹੀਂ ਵਿਗੜਿਆ, ਨਾ ਸਾਡਾ ਕੋਈ ਕੁਝ ਵਿਗਾੜ ਸਕਦਾ। ਪਰ ਚੇਤਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਝੂਠ ਦਾ ਮਾਰ ਐਡਾ ਵੱਡਾ ਹੈ ਕਿ ਸਾਨੂੰ ਉਹ ਹਨੇਰੀ ਵਾਂਗੂ ਜਿਹਨੂੰ ਕਹਿੰਦੇ ਆ ਰੋਲੀ ਜਾ ਰਿਹਾ। ਉਸ ਹਨੇਰੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਆਪਾਂ ਆਪਣੇ ਆਲੇ ਦੁਆਲੇ ਆਪਣੇ ਭੈਣਾਂ ਭਰਾਵਾਂ, ਕਮਿਊਨਿਟੀ ਨਾਲ, ਮਹੱਲੇ ਨਾਲ, ਪਿੰਡ ਨਾਲ ਜੁੜੀਏ, ਆਪਸ 'ਚ ਰਲ ਮਿਲ ਬੈਠੀਏ, ਸਲਾਹਾਂ ਕਰੀਏ, ਵਿਚਾਰਾਂ ਕਰੀਏ। ਤੇ ਇਹ ਆਪਣੇ ਇਸ ਪਿਆਰੇ ਪੰਜਾਬ ਨੂੰ, ਜਿਹੜਾ ਪੰਜਾਬ ਸਾਨੂੰ ਇੰਨਾ ਪਿਆਰਾ ਹੈ, ਜਿਹੜਾ ਗੁਰੂਆਂ ਦੇ ਨਾਲ ਜੁੜਿਆ ਹੋਇਆ। ਪੰਜਾਬ ਜਿਹੜਾ ਗੁਰੂਆਂ ਦੇ ਨਾਲ ਚੱਲਦਾ ਤੇ ਸਾਨੂੰ ਉਹ ਜਿਹੜੀ ਵਿਰਾਸਤ ਹੈ ਸਾਡੀ, ਉਹ ਤਾਂ ਹੀ ਬਚੇਗੀ ਜੇ ਅਸੀਂ ਪੰਜਾਬ ਨੂੰ ਬਚਾਵਾਂਗੇ। ਤਾਂ ਜੇ ਪੰਜਾਬ ਰੁਲ ਗਿਆ, ਜਿਵੇਂ ਲੱਗ ਰਿਹਾ ਕਿ ਪੰਜਾਬ ਤੇ ਕਬਜ਼ਾ ਹੋਣ ਜਾ ਰਿਹਾ, ਜਿਸ ਗੱਲ ਦੇ ਸਪਸ਼ਟ ਸੰਕੇਤ ਮਿਲ ਰਹੇ ਆ ਕਿ ਇਹ ਕੰਪਨੀਆਂ ਜਿਹੜੀਆਂ ਨੇ ਇਹ ਪੰਜਾਬ ਤੇ ਜਾਂ ਇਸ ਰੀਜਨ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ, ਤਾਂ ਉਹ ਜਿਹੜਾ ਕਬਜ਼ਾ ਤਾਂ ਹੀ ਰੁਕੇਗਾ ਜੇ ਅਸੀਂ ਆਪਸ 'ਚ ਇਕੱਠੇ ਹੋਵਾਂਗੇ। ਜੇ ਅਸੀਂ ਨਿੱਕੀਆਂ ਗੱਲਾਂ ਤੇ, ਪੋਲੀਟੀਕਲ ਪਾਰਟੀਆਂ ਦੇ ਨਾਵਾਂ ਤੇ, ਧਰਮਾਂ ਦੇ ਨਾਵਾਂ ਤੇ, ਜਾਤਾਂ ਦੇ ਨਾਵਾਂ ਤੇ, ਕੋਈ ਉਹ ਦਲਿਤ ਹੈ, ਕੋਈ ਹਾਈ ਕਾਸਟ ਹੈ, ਕੋਈ ਲੋਅ ਕਾਸਟ ਹੈ, ਇਹੋ ਜਿਹੀਆਂ ਗੱਲਾਂ ਤੇ ਅਸੀਂ ਵੰਡੇ ਰਹਾਂਗੇ ਤਾਂ ਫਿਰ ਤਾਂ ਦੁਸ਼ਮਣ ਜਿਹੜਾ ਬਹੁਤ ਪਾਵਰਫੁਲ ਹੈ, ਬਹੁਤ ਪਾਵਰਫੁਲ ਹੈ, ਬਹੁਤ ਤਾਕਤਵਰ ਹੈ, ਉਹ ਫਿਰ ਉਹ ਕਬਜ਼ਾ ਕਰੇਗਾ। ਤੇ ਕਬਜ਼ਾ ਕਰੇ ਤੇ ਕੋਈ ਇੱਕ ਧਿਰ ਨਹੀਂ ਮਰੇਗੀ, ਸਾਰੇ ਮਰਨਗੇ। ਸਭ ਤੋਂ ਕਮਜ਼ੋਰ ਸਭ ਤੋਂ ਪਹਿਲਾਂ ਮਰੇਗਾ, ਫਿਰ ਵਾਰੀ ਸਭ ਦੀ ਵਾਰੀ ਲੱਗੇਗੀ, ਦੂਜੇ ਸਰਵਾਈਵ ਕਰਨਗੇ, ਸਭ ਦੀ ਵਾਰੀ ਲੱਗੇਗੀ। ਇਸ ਕਰਕੇ ਅੱਜ ਅਸੀਂ ਜੇ ਸੰਭਲ ਗਏ ਤਾਂ ਮੈਂ ਨਹੀਂ ਸਮਝਦਾ ਕਿ, ਕਿਉਂਕਿ ਮੈਨੂੰ ਪੂਰਾ ਕੌਨਫੀਡੈਂਸ ਹੈ ਕਿ ਜੋ ਸਾਡੀ ਵਿਰਾਸਤ ਹੈ
ਇਹ ਵਿਰਾਸਤ ਅਜੇ ਬਹੁਤ ਜਿਉਂਦੀ ਹੈ। ਉਹ ਜਦੋਂ ਗੁਰੂ ਸਾਹਿਬ ਸੀਗੇ ਉਹਨਾਂ ਨੇ ਵੀ ਬੜੇ ਸੰਕਟ ਝੱਲੇ। ਜਦੋਂ ਗੁਰੂ ਗੋਬਿੰਦ ਸਿੰਘ ਦਾ ਵੇਲਾ ਯਾਦ ਕਰਕੇ ਦੇਖੋ ਕਿੰਨਾ ਉਦੋਂ ਵੱਡਾ ਸੰਕਟ ਤਾਂ ਨਹੀਂ ਹੋ ਸਕਦਾ ਕੋਈ, ਨਹੀਂ ਹੋ ਸਕਦਾ, ਠੀਕ ਹੈ ਨਾ। ਉਹ ਜੇ ਉਹਨਾਂ ਸੰਕਟਾਂ ਦੇ ਵਿੱਚ ਵੀ ਉਹ ਖੜੇ ਐਨ ਥੰਮ ਬਣ ਕੇ ਖੜੇ, ਔਰ ਲੋਕਾਂ ਦਾ ਸਹਾਰਾ ਬਣੇ, ਔਰ ਉਹ ਇੱਕ ਮੂਵਮੈਂਟ ਬਣੀ, ਲਹਿਰ ਬਣੀ, ਔਰ ਅੱਜ ਅਸੀਂ ਉਹਦਾ ਜਿਹਨੂੰ ਕਹਿੰਦੇ ਸਾਰੇ ਦਿਲ 'ਚ ਉਹਦਾ ਹੌਸਲਾ ਔਰ ਚੜ੍ਹਦੀ ਕਲਾ ਔਰ ਸਾਰਾ ਉਹਦੇ 'ਚ ਵੱਸਦਾ ਜੀ। ਤੇ ਅੱਜ ਅਸੀਂ ਉਸ ਵਿਰਾਸਤ ਨੂੰ ਯਾਦ ਕਰਦੇ ਹੋਏ ਇਸ ਸੰਕਟ 'ਚੋਂ ਬਾਹਰ ਨਿਕਲਾਂਗੇ ਤੇ ਮੈਨੂੰ ਫੁੱਲ 100% ਕੌਨਫੀਡੈਂਸ ਹੈ ਕਿ ਅਸੀਂ ਕਾਮਯਾਬੀ ਨਾਲ ਨਿਕਲ ਜਾਵਾਂਗੇ। ਬਹੁਤ ਧੰਨਵਾਦ ਜੀ। ਪਿਆਰੇ ਦਰਸ਼ਕੋ, ਡਾਕਟਰ ਸਾਹਿਬ ਨੇ ਬਹੁਤ ਹੀ ਬਾਰੀਕੀ ਦੇ ਨਾਲ, ਬੜੀ ਬੇਬਾਕੀ ਦੇ ਨਾਲ ਤੇ ਦਲੇਰੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਸਾਡੇ ਮਨਾਂ ਨੂੰ ਮਜ਼ਬੂਤ ਕਰਨ ਵਾਸਤੇ ਕਰੋਨਾ ਵਾਇਰਸ ਦਾ ਜਿਹੜਾ ਹਊਆ ਆ ਉਹਨੂੰ ਬੜਾ ਕਲੀਅਰ ਤੇ ਸਪਸ਼ਟ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਤੁਸੀਂ ਆਪਣੀ ਇਮਿਊਨਿਟੀ ਨੂੰ ਕਿੱਦਾਂ ਜਿਹੜਾ ਅਪ ਕਰਨਾ ਹੈ, ਉਹਨੂੰ ਕਿੱਦਾਂ ਮਜ਼ਬੂਤ ਕਰਨਾ ਹੈ, ਇਮਿਊਨਿਟੀ ਨੂੰ ਕਿੱਦਾਂ ਸਟਰੋਂਗ ਕਰਨਾ ਹੈ, ਆਪਣੀ ਬੋਡੀ ਨੂੰ ਕਿੱਦਾਂ ਸਟਰੋਂਗ ਕਰਨਾ ਹੈ ਤੇ ਆਪਣੇ ਪੰਜਾਬ ਨੂੰ ਕਿੱਦਾਂ ਸਟਰੋਂਗ ਕਰਨਾ ਹੈ। ਸਪੈਸ਼ਲੀ ਆਉਣ ਵਾਲੀ ਪੀੜ੍ਹੀ ਨੇ ਸਰਵਾਈਵ ਕਿੱਦਾਂ ਕਰਨਾ ਹੈ, ਕਿਵੇਂ ਯੋਗਦਾਨ ਪਾਉਣਾ ਹੈ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ, ਕਿਵੇਂ ਯੋਗਦਾਨ ਪਾਉਣਾ ਹੈ ਖੁਰਾਕ ਦਾ ਸ਼ੁੱਧੀਕਰਨ ਕਰਨ ਦੇ ਵਿੱਚ। ਡਾਕਟਰ ਸਾਹਿਬ ਨੇ ਬੜੀ ਬੇਬਾਕੀ ਦੇ ਨਾਲ ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ, ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਗੱਲਬਾਤ ਜਿਹੜੀ ਆ ਉਹ ਚੰਗੀ ਲੱਗੀ ਹੋਏਗੀ, ਨੌਲੇਜਫੁੱਲ ਹੋਏਗੀ। ਆਖੀਰ ਦੇ ਉੱਤੇ ਅਸੀਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਸਾਡਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।